ਕੈਪਟਨ ਅਮਰਿੰਦਰ ਐਲਾਨ ਕਰਕੇ ਪਾਰਟੀ ਬਣਾਉਣ ਦਾ ਉਹ ਕਹਿੰਦੇ ਜੇ ਖੇਤੀ ਕਾਨੂੰਨਾਂ ਦਾ ਕੋਈ ਹੱਲ ਕੱਢਿਆ ਜਾਵੇ, ਉਹਨਾਂ ਨੇ ਕਿਹਾ ਹੱਲ ਕੱਢਿਆ ਜਾਵੇਗਾ ਤਾਂ ਹੋ ਸਕਦਾ ਭਾਜਪਾ ਨਾਲ ਗੱਠਜੋੜ ਹੋ ਜਾਵੇ। ਸਰਕਾਰ ਬਣਾਉਣ ਦਾ ਇੱਕ ਸਿਰਫ ਪਲਾਨ ਹੈ ਕਿ ਤੁਸੀਂ ਜੀ ਅਸੀਂ ਪਾਰਟੀ ਬਣਾਉਣੇ ਆ, ਬੀਜੇਪੀ ਤੋਂ ਇਹ ਕਾਨੂੰਨ ਰੱਦ ਕਰਾਉਣੇ ਆ, ਸਾਨੂੰ ਵੋਟਾਂ ਪਾਓ। ਹੋ ਸਕਦਾ ਜਿਹੜੀ ਇਹ 50 ਕਿਲੋਮੀਟਰ ਦੀ ਲਿਮਟ ਹੈ ਉਹ ਵੀ ਘੱਟ ਕਰਾਈਏ, ਉਹ ਵੀ ਮੈਨੀਫੈਸਟੋ ਦੇ ਵਿੱਚ ਆ ਜੇ। ਹੋ ਸਕਦਾ 5 ਲੱਖ ਕਿਸਾਨਾਂ ਦਾ ਕਰਜ਼ਾ ਵੀ ਮਾਫ ਹੋ ਜੇ। ਆਪਦੀ ਇੱਕ ਸੱਤਾ ਚੌਧਰ ਦੇ ਲਈ ਇਹ ਚੀਜ਼ਾਂ ਕਰਨੀਆਂ। ਤੇ ਫਿਰ ਵੱਡੀ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਸਵਾਲ ਚੱਕਦਾ, ਕੋਈ ਬੰਦਾ ਟਿੱਪਣੀ ਕਰਦਾ, ਦੇਖੋ ਲੋਕਤੰਤਰ ਦੀ ਖੂਬਸੂਰਤੀ ਕੀ ਹੈ ਕਿ ਹਰ ਇੱਕ ਬੰਦਾ ਟਿੱਪਣੀ ਕਰ ਸਕਦਾ ਹੈ ਜੇ ਉਹਨੂੰ ਕੋਈ ਗੱਲ ਚੰਗੀ ਨਾ ਲੱਗੇ। ਇਹ ਮੁੱਦਾ ਹੀ ਇੱਥੇ ਤੱਕ ਤਾਂ ਪਹੁੰਚਿਆ ਜੇ ਅਸੀਂ ਜਾ ਕੇ ਦਿੱਲੀ ਘੇਰੀ ਆ। ਜੇ ਅਸੀਂ ਦਿੱਲੀ ਨਾ ਘੇਰਦੇ ਤਾਂ ਇਹ ਐਡਾ ਵੱਡਾ ਮੁੱਦਾ ਹੀ ਨਾ ਬਣਦਾ, ਵਰਲਡ ਵਾਈਡ ਦੀ ਨਿਊਜ਼ ਹੀ ਨਾ ਬਣਦੀ। ਤਾਂ ਫਿਰ ਅਸੀਂ ਦੁਬਾਰੇ ਕਿਉਂ ਨਹੀਂ ਉਹਨਾਂ ਨੂੰ ਇਹ ਗੱਲ ਕਹਿ ਸਕਦੇ? ਕਾਲ ਦਿੱਤੀ ਜਾਵੇ ਸੰਸਦ ਤੱਕ ਪਹੁੰਚਣ ਦੀ ਜਾਂ ਪ੍ਰਧਾਨ ਮੰਤਰੀ ਦੇ ਘਰ ਤੱਕ ਪਹੁੰਚਣ। ਵੱਡਾ ਇਕੱਠ, ਬਿਲਕੁਲ ਇਹ ਦੋ ਚੀਜ਼ਾਂ ਲਾ ਲਓ। ਇਦੋਂ ਬਿਨਾਂ ਕੋਈ ਹੋਰ ਲਾ ਲਓ ਕਿ ਅਸੀਂ ਦਿੱਲੀ 'ਚ ਐਂਟਰ ਕਰਾਂਗੇ ਜੇ ਸਾਡੀਆਂ ਤੁਸੀਂ ਮੰਗਾਂ ਨਾ ਮੰਨੀਆਂ। ਜਦੋਂ ਅਸੀਂ ਮੁਜ਼ੱਫਰਾਨਗਰ ਪੰਚਾਇਤ ਜਾ ਸਕਦੇ ਹਾਂ, ਲੱਖਾਂ ਦੀ ਤਦਾਦ 'ਚ ਪੰਜਾਬੀ ਉੱਥੇ ਪਹੁੰਚ ਸਕਦੇ ਹਾਂ, ਤਾਂ ਅਸੀਂ ਫਿਰ ਇੱਥੇ ਕਿਉਂ ਨਹੀਂ ਕੋਈ ਟਰੈਕਟਰ ਮਾਰਚ ਹੀ ਰੱਖ ਲਓ ਦੁਬਾਰੇ। ਦਿਲ ਨੂੰ ਬਹੁਤ ਦੁੱਖ ਲੱਗਦਾ ਜਦੋਂ ਰੈਲੀਆਂ ਤੇ ਜਾਂਦੀਆਂ, ਕਤਾਰਾਂ 'ਚ ਬੱਸਾਂ ਦੇਖਦੇ ਹਾਂ ਉੱਤੇ ਝੰਡੀਆਂ ਲੱਗੀਆਂ ਪਾਰਟੀਆਂ ਦੀਆਂ, ਤਾਂ ਸੋਚੀਦਾ ਵੀ ਯਾਰ ਇਹਨਾਂ ਦੇ ਮੂੰਹ ਦਿੱਲੀ ਵੱਲ ਨੂੰ ਕਿਉਂ ਨਹੀਂ ਹੋ ਸਕਦੇ। ਕਿਉਂਕਿ ਸੁਪਰੀਮ ਕੋਰਟ ਹੈ ਜਿਹੜਾ ਦਿਨ ਬਰ ਦਿਨ ਆਪਦਾ ਰਵੱਈਆ ਜਿਹੜਾ ਕਿਸਾਨਾਂ ਦੇ ਪ੍ਰਤੀ ਸਖਤੀ ਵਾਲਾ ਦਿਖਾਈ ਜਾਂਦਾ ਹੈ। ਕਿ ਜਦੋਂ ਲੱਖਾਂ ਦੀ ਤਦਾਦ 'ਚ ਇਕੱਠ ਹੁੰਦੇ ਆ, ਉਦੋਂ ਫਿਰ ਸੁਪਰੀਮ ਕੋਰਟ ਹੋਵੇ ਚਾਹੇ ਦੁਨੀਆ ਦੀ ਕੋਈ ਵੀ ਪਾਵਰ ਹੋਵੇ, ਉਹ ਲੋਕਾਂ ਦੀ ਸ਼ਕਤੀ ਦੇ ਮੂਹਰੇ ਬਿਲਕੁਲ ਠੰਡੀ ਪੈ ਜਾਂਦੀ। ਗੱਲ ਇਹ ਨਹੀਂ ਹੋਊਗੀ ਕਿ ਉਹ ਸਾਨੂੰ ਪੱਟ ਦੇਣਗੇ, ਗੱਲ ਇਹ ਹੋਊਗਾ ਕਿ ਤਣਾਅਪੂਰ ਮਾਹੌਲ ਹੈ ਜਿਹੜਾ ਤਣਾਅਪੂਰਨ ਹੋ ਜਾਊਗਾ ਬਹੁਤ। ਉਹ ਉੱਥੋਂ ਖਦੇੜਨ ਦੀ ਕੋਸ਼ਿਸ਼ ਕਰਨਗੇ, ਪੰਜਾਬ ਵਾਲੇ ਇੱਥੋਂ ਡਾਂਗਾਂ ਲੈ ਕੇ ਉਧਰ ਨੂੰ ਜਾਣਗੇ। ਹਰਪ ਵੀ ਚੱਲਿਆ ਅੰਦੋਲਨ ਦੇ ਵਿੱਚ, ਕਨਵਰ ਵੀ ਚੱਲਿਆ, ਜਿਹਨੂੰ ਜ਼ਿਆਦਾ ਤਿੰਨ ਸਾਡੇ ਸਾਹਮਣੇ ਆਉਂਦੇ ਆ, ਹੋਰ ਵੀ ਬੜੇ, ਬਾਬਾ ਵੀ ਚੱਲਿਆ। ਤੇ ਮੇਰੇ ਤੇ ਹੀ ਕਿਉਂ ਇਹ ਟੈਗ ਲੱਗਦਾ ਕਿ ਜਸ ਨੇ ਹੀ ਇਲੈਕਸ਼ਨ ਲੜਨੀ ਹੈ? ਮੁਲਾਕਾਤ ਸਭ ਤੋਂ ਪਹਿਲਾਂ ਜਸ ਜਦੋਂ ਆਉਂਦੇ ਨੇ ਤਾਂ ਉਦੋਂ ਗੁਰਪ੍ਰੀਤ ਜੀਵੀ ਨਾਲ ਹੁੰਦੇ ਨੇ। ਜਦੋਂ ਪਹਿਲੇ ਦਿਨ ਕਾਂਗਰਸ ਦਾ ਵੱਡਾ ਇਕੱਠ ਹੁੰਦਾ ਹੈ, ਫਿਰ ਚਰਨਜੀਤ ਚੰਨੀ ਨਾਲ ਬੜੀ ਨੇੜਤਾ ਹੁੰਦੀ ਹੈ। ਚੰਨੀ ਸਾਹਿਬ ਸਾਡੇ ਹਲਕੇ ਪੰਜਾਬ ਦੇ ਨਵੇਂ ਬਣੇ ਆ ਤੇ ਸਾਨੂੰ ਬਹੁਤ ਮਾਣ ਹੈ, ਐਜੂਕੇਟਡ ਨੇ, ਲੋਕਾਂ 'ਚ ਵਿਚਰਦੇ ਆ। ਪੰਜਾਬ ਦੇ ਲੋਕ ਤਾਂ ਮਤਲਬ ਇੰਨੇ ਭੋਲੇ ਨੇ, ਉਹਨਾਂ ਨੂੰ ਇੰਨਾ ਚਾਅ ਚੜ੍ਹਦਾ ਕਿ ਯਾਰ ਉਹ ਬਸ ਹੁਣ ਛੱਡੋ, ਬਸ ਹੁਣ ਚੰਨੀ ਸਾਹਿਬ ਹੀ ਰਹਿਣਗੇ। ਕੀ ਹੋ ਗਈ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਮੈਂ ਹਾਂ ਸੁਰਖਾਬ। ਦੋਸਤੋ, ਸਿੰਘੂ ਬਾਰਡਰ ਦੀ ਗੱਲ ਕਰ ਲਈਏ ਜਾਂ ਫਿਰ ਦਿੱਲੀ ਦੇ ਜੋ ਮੋਰਚੇ ਦੀ ਗੱਲ ਕਰ ਲਈਏ, ਲਗਾਤਾਰ ਗਾਇਕਾਂ ਵੱਲੋਂ ਆਪਣੀ ਭੂਮਿਕਾ ਨਿਭਾਈ ਜਾ ਰਹੀ, ਯੋਗਦਾਨ ਪਾਇਆ ਜਾ ਰਿਹਾ। ਜਸ ਬਾਜਵਾ ਇਸ ਵਾਰ ਫਿਰ ਜਿਹੜਾ ਕਿ ਸਿੰਘੂ ਚੱਲੇ ਨੇ, ਇੱਕ ਵਾਰ ਫਿਰ ਹੋਕਾ ਦੇਣ ਚੱਲੇ ਨੇ। ਮੇਰੇ ਨਾਲ ਜਸ ਬਾਜਵਾ ਨੇ। ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਪੋਕਸਮੈਨ ਟੀਵੀ। ਬਹੁਤ ਮਿਹਰਬਾਨੀ ਭਾਅ ਜੀ, ਧੰਨਵਾਦ। ਕਿਵੇਂ ਦੇਖਦੇ ਹੋ ਦੁਬਾਰਾ ਗੇੜਾ ਲੱਗ ਰਿਹਾ ਆ, ਤੇ ਕੀ ਕਹਿ ਦਈਏ ਕਿ ਹੁਣ ਵਾਢੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ, ਤੇ ਕੀ ਲੱਗਦਾ ਉੱਥੇ ਮਾਹੌਲ ਕੀ ਆ? ਜੀ ਬਿਲਕੁਲ, ਅਸੀਂ ਵੀ ਜੇ ਸੱਚ ਪੁੱਛੋਂ ਤਾਂ ਕਾਫੀ ਟਾਈਮ ਬਾਅਦ ਚੱਲੇ ਹਾਂ। ਤਕਰੀਬਨ ਜਿੱਦਾਂ ਅੰਦੋਲਨ ਚੱਲਿਆ ਕਦੇ ਮਹੀਨੇ ਤੋਂ ਜ਼ਿਆਦਾ ਸਾਡਾ ਗੈਪ ਨਹੀਂ ਪਿਆ, ਪਰ ਇਸ ਵਾਰ ਹੁਣ ਸਾਨੂੰ ਵੀ 1.5 ਮਹੀਨਾ ਹੋ ਗਿਆ। ਲਾਸਟ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਟਿਕਰੀ ਬਾਰਡਰ ਤੇ ਸੀ। ਤਾਂ ਹੁਣ ਇੱਕ ਤਾਂ ਇਹ ਆ ਕਿ ਥੋੜ੍ਹੇ ਜਿਹੇ ਰੁਝੇਵੇਂ ਨੇ ਫਸਲ ਕਰਕੇ, ਕਈ ਏਰੀਆ 'ਚ ਆਲੂ ਦਾ ਸੀਜ਼ਨ ਹੈ। ਚਲੋ ਝੋਨਾ ਤਾਂ ਆਪਣੇ ਸਾਰੇ ਪਾਸੇ ਹੀ ਹੈਗਾ, ਮਸ਼ੀਨਾਂ ਲੱਗੀਆਂ ਨੇ। ਮੌਸਮ ਦਾ ਵੀ ਕੋਈ ਅੱਜ ਦੀ ਡੇਟ 'ਚ ਪਤਾ ਨਹੀਂ ਹੁੰਦਾ ਕਦੋਂ ਖਰਾਬ ਹੋ ਜਾਵੇ, ਦਿਨ ਇਹੋ ਜਿਹੇ ਹੁੰਦੇ ਆ। ਤਾਂ ਇੱਕ ਵਾਰੀ ਫਿਰ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਨੌਜਵਾਨਾਂ ਨੂੰ ਇਹ ਬੇਨਤੀ ਕੀਤੀ ਜਾਵੇ, ਅਪੀਲ ਕੀਤੀ ਜਾਵੇ ਕਿ ਜਿਹੜਾ ਸਾਡਾ ਅੰਦੋਲਨ ਹੈ ਅਸੀਂ ਉਹਨੂੰ ਭੁੱਲੀਏ ਨਾ। ਬੇਸ਼ੱਕ ਪੰਜਾਬ 'ਚ ਵੋਟਾਂ ਦਾ ਦੌਰ ਆ ਗਿਆ, ਦਿਲ ਨੂੰ ਬਹੁਤ ਦੁੱਖ ਲੱਗਦਾ ਜਦੋਂ ਰੈਲੀਆਂ ਤੇ ਜਾਂਦੀਆਂ, ਕਤਾਰਾਂ 'ਚ ਬੱਸਾਂ ਦੇਖਦੇ ਹਾਂ ਉੱਤੇ ਝੰਡੀਆਂ ਲੱਗੀਆਂ ਪਾਰਟੀਆਂ ਦੀਆਂ, ਤਾਂ ਸੋਚੀਦਾ ਵੀ ਯਾਰ ਇਹਨਾਂ ਦੇ ਮੂੰਹ ਦਿੱਲੀ ਵੱਲ ਨੂੰ ਕਿਉਂ ਨਹੀਂ ਹੋ ਸਕਦੇ। ਤਾਂ ਇੱਕ ਵਾਰੀ ਤੋਂ ਅਸੀਂ ਫਿਰ ਦੁਬਾਰੇ ਟਰਾਈ ਕਰ ਰਹੇ ਹਾਂ ਕਿ ਨੌਜਵਾਨੀ ਨੂੰ, ਪਹਿਲਾਂ ਵੀ ਕਲਾਕਾਰਾਂ ਨਾਲ ਵੀ ਪਿਛਲੇ ਦਿਨਾਂ 'ਚ ਮੇਰੀ 2-3 ਨਾਲ ਗੱਲ ਹੋਈ ਕਿ ਯਾਰ ਹੁਣ ਦੁਬਾਰੇ ਆਪਾਂ ਕਿਉਂ ਨਹੀਂ ਉਵੇਂ ਦਾ ਸਟੈਪ ਲੈ ਸਕਦੇ ਕਿ ਆਪਾਂ ਵੱਡੇ ਵੱਡੇ ਕਾਫਲੇ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਲੈ ਕੇ ਜਾ ਸਕੀਏ। ਆਪਾਂ ਦੁਬਾਰੇ ਕਿਉਂ ਇੱਕ ਹੋ ਕੇ ਪਿੰਡਾਂ 'ਚ ਜਾ ਸਕਦੇ ਤੇ ਇਹ ਡਿਊਟੀਆਂ ਲਾ ਸਕਦੇ ਲੋਕਾਂ ਦੀਆਂ ਕਿ ਆਪਾਂ ਦੁਬਾਰੇ ਫਿਰ ਇੱਕ ਵਾਰੀ ਜਿੰਨਾ ਅਸੀਂ ਪਹਿਲਾਂ ਜਦੋਂ ਸਟਾਰਟਿੰਗ 'ਚ ਕੀਤਾ ਸੀ ਉਦੋਂ ਤੋਂ ਵੱਧ, ਜਦ ਕਿ ਉਦੋਂ ਨਾਲੋਂ ਵੱਧ ਹੁਣ ਜ਼ਿਆਦਾ ਲੋੜ ਹੈ। ਕਿਉਂਕਿ ਸੁਪਰੀਮ ਕੋਰਟ ਹੈ ਜਿਹੜਾ ਦਿਨ ਬਰ ਦਿਨ ਆਪਦਾ ਰਵੱਈਆ ਜਿਹੜਾ ਕਿਸਾਨਾਂ ਦੇ ਪ੍ਰਤੀ ਸਖਤੀ ਵਾਲਾ ਦਿਖਾਈ ਜਾਂਦਾ ਹੈ। ਤੇ ਗਿਣਤੀ ਹੈ ਜਿਹੜੀ ਸਾਡੀ ਉੱਥੇ, ਚਲੋ ਪੱਟ ਨਹੀਂ ਸਕਦੇ, ਪਰ ਇਹ ਸੱਚ ਹੈ ਵੀ ਘਟੀ ਜ਼ਰੂਰ ਹੈ। ਅੱਜ ਸਾਨੂੰ ਉੱਥੇ ਲੋੜ ਹੈ ਕਿ ਅਸੀਂ ਇੱਕ ਵੱਡਾ ਇਕੱਠ ਕਰਕੇ ਇਹ ਸਾਬਤ ਕਰ ਦਈਏ ਕਿ ਸੁਪਰੀਮ ਕੋਰਟ ਸਾਡੇ ਵੱਲ ਨੂੰ ਮੂੰਹ ਵੀ ਨਾ ਕਰ ਸਕੇ, ਜਾਂ ਇਹ ਸੋਚ ਹੀ ਨਾ ਸਕੇ ਵੀ ਕੋਈ ਐਸਾ ਡਿਸੀਜ਼ਨ ਲਈਏ ਕਿ ਕਿਸਾਨਾਂ ਨੂੰ ਉੱਥੋਂ ਪੱਟ ਦਈਏ। ਕਿਉਂਕਿ ਜਦੋਂ ਲੱਖਾਂ ਦੀ ਤਦਾਦ 'ਚ ਇਕੱਠ ਹੁੰਦੇ ਆ, ਉਦੋਂ ਫਿਰ ਸੁਪਰੀਮ ਕੋਰਟ ਹੋਵੇ ਚਾਹੇ ਦੁਨੀਆ ਦੀ ਕੋਈ ਵੀ ਪਾਵਰ ਹੋਵੇ, ਉਹ ਲੋਕਾਂ ਦੀ ਸ਼ਕਤੀ ਦੇ ਮੂਹਰੇ ਬਿਲਕੁਲ ਠੰਡੀ ਪੈ ਜਾਂਦੀ ਹੈ। ਤਾਂ ਇੱਕ ਵਾਰੀ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਾਂਗੇ, ਅੱਜ ਉਸ ਮੰਚ ਤੋਂ ਵੀ ਕਰਾਂਗੇ, ਤੁਹਾਡੇ ਮਾਧਿਅਮ ਰਾਹੀਂ ਵੀ ਕਰਾਂਗੇ
ਕਿ ਦੁਬਾਰੇ ਮੋਰਚਾ ਆਪਾਂ ਸਾਂਭੀਏ, ਦੁਬਾਰੇ ਇੱਕ ਵਾਰੀ ਫਿਰ ਸਰਹੱਦਾਂ ਵੱਲ ਨੂੰ ਚਾਲੇ ਪਾਈਏ। ਕਲਾਕਾਰਾਂ ਦੀ ਭੂਮਿਕਾ ਦੀ ਗੱਲ ਕਰ ਰਹੀ ਹੈ, ਕੀ ਅਸੀਂ ਇਹ ਮੰਨ ਲਈਏ ਵੀ ਚਲੋ ਸਿੰਘੂ ਮੋਰਚਾ ਜਿਸ ਤਰੀਕੇ ਨਾਲ ਕਿਸਾਨ ਆਗੂ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਆ ਜਾਓ, ਹੁਣ ਵਾਢੀਆਂ ਦਾ ਜ਼ੋਰ ਹੋ ਗਿਆ, ਉਹ ਕਰਕੇ ਕੰਮ ਨਿਬੇੜ ਕੇ ਆ ਜਾਓ, ਡਰ ਵੀ ਜਤਾਇਆ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਕੋਈ ਵੱਡਾ ਐਕਸ਼ਨ ਨਾ ਹੋ ਜਾਵੇ, ਜਿਸ ਤਰ੍ਹਾਂ ਬੀਤੇ ਦਿਨੀ ਸਿੰਘੂ ਬਾਰਡਰ ਤੇ ਜੋ ਘਟਨਾ ਹੋਈ ਹੈ। ਕੀ ਲੱਗਦਾ ਹੈ ਕਲਾਕਾਰਾਂ ਦੀ ਭੂਮਿਕਾ ਕਿੰਨੀ ਕਾਇਮ ਹੈ? ਕਿਉਂਕਿ ਕਲਾਕਾਰਾਂ ਦਾ ਘਟਨਾ ਕਿਤੇ ਇਹ ਤਾਂ ਨਹੀਂ ਵੀ ਸੰਗਤ ਦਾ ਘਟਨਾ ਵੀ ਹੋ ਗਿਆ ਉੱਥੇ ਨਾਲ ਹੀ। ਲੱਗਦਾ ਤਾਂ ਦੇਖੋ ਸਾਰਿਆਂ ਬਾਰੇ ਨਹੀਂ ਇਹ ਗੱਲ ਕਹੀ ਜਾ ਸਕਦੀ ਕਿ ਸਾਰੇ ਘਟ ਗਏ, ਪਰ ਫਿਰ ਵੀ ਜਿਹੜਾ ਜ਼ਿਆਦਾ ਤਬਕਾ ਯੂਥ ਨਾਲ ਰਿਲੇਟਡ, ਜਿਹੜੇ ਮੇਰੇ ਨਾਲ ਮੇਰੀ ਹਮ ਉਮਰ ਦੇ ਭਰਾ ਨੇ, ਉਹਨਾਂ 'ਚ ਬਿਲਕੁਲ ਫਰਕ ਆਇਆ। ਯੂਥ ਦੀ ਗਿਣਤੀ ਹੈ ਜਿਹੜੀ ਉਹ ਉੱਥੇ ਘਟੀ ਹੈ, ਤੇ ਉਸੇ ਯੂਥ ਨੂੰ ਕੋਈ ਵੀ ਅੰਦੋਲਨ ਹੋਵੇ, ਕੋਈ ਵੀ ਜਨ ਸ਼ਕਤੀ ਹੋਵੇ, ਸਭ ਤੋਂ ਜਿਹੜੀ ਰੀੜ੍ਹ ਦੀ ਹੱਡੀ ਵੱਡੀ ਮੰਨੀ ਜਾਂਦੀ ਹੈ ਉਹ ਯੂਥ ਦੀ ਸ਼ਕਤੀ ਮੰਨੀ ਜਾਂਦੀ ਹੈ। ਕਿ ਜਦ ਤੱਕ ਕਿਸੇ ਅੰਦੋਲਨ ਦੇ ਵਿੱਚ ਨੌਜਵਾਨੀ ਮੂਹਰੇ ਨਾ ਲੱਗੇ, ਜਿਵੇਂ ਇਸ ਨੌਜਵਾਨੀ ਨੇ ਆ ਪਿੱਛੇ ਬੈਰੀਗੇਟ ਪੱਟ ਕੇ ਸ਼ੰਭੂ ਤੋਂ ਦਿੱਲੀ ਦੀਆਂ ਸਰਹੱਦਾਂ ਤੱਕ ਜਾ ਕੇ ਬਹਿ ਗਏ ਸੀ ਸਾਡੇ ਭਰਾ, ਉਹ ਅੱਜ ਫੇਰ ਲੋੜ ਹੈ ਦੁਬਾਰੇ। ਤਾਂ ਕਲਾਕਾਰਾਂ ਨੂੰ ਵੀ ਮੈਂ ਤਾਂ ਆਪਦੇ ਵੱਲੋਂ ਇਹੀ ਅਪੀਲ ਕਰੂੰਗਾ ਕਿ ਆਪਾਂ ਠੀਕ ਹੈ ਆਪਦੇ ਤੌਰ ਤੇ ਸਾਰੇ ਕਰੀ ਜਾਂਦੇ ਆ, ਪਰ ਇੱਕ ਵਾਰੀ ਫੇਰ ਜੇ ਆਪਾਂ ਕਰ ਲਾਂਗੇ, 1 ਮਹੀਨਾ ਦੇ ਦਾਂਗੇ, ਤਾਂ ਕੋਈ ਮੈਨੂੰ ਨਹੀਂ ਲੱਗਦਾ ਕਿ ਆਪਣੇ 'ਚ ਕੋਈ ਇਹ ਫਰਕ ਆ ਜਾਊਗਾ। ਸਗੋਂ ਲੋਕ ਤੁਹਾਨੂੰ ਐਪਰੀਸ਼ੀਏਟ ਕਰਨਗੇ, ਤੇ ਲੋਕ ਇਹ ਕਹਿਣਗੇ ਕਿ ਇਹ ਕੋਈ ਬਰਸਾਤੀ ਲੋਕ ਨਹੀਂ ਹੈਗੇ, ਇਹ ਨਿਰੰਤਰ ਅੰਦੋਲਨ ਦੇ ਨਾਲ ਜੁੜੇ ਆ। ਤਾਂ ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ ਸਭ ਨੂੰ ਕਿ ਇੱਕ ਵਾਰੀ ਫੇਰ ਰਲ ਕੇ ਉਹ ਵੱਡੇ ਇਕੱਠ ਲੀਕੇ ਜਾਣ ਕਿ ਆਪਾਂ ਦਿੱਲੀ ਨੂੰ ਚਾਲੇ। ਇਕੱਲੇ ਮੈਂ ਹਰੇਕ ਇਕੱਠ ਤੇ ਪੰਜਾਬ 'ਚ ਇਹ ਗੱਲ ਕਹੀ ਹੈ ਕਿ ਆਪਾਂ ਇੱਥੇ ਇਕੱਠ ਨਾ ਕਰੀਏ, ਆਪਾਂ ਇਕੱਠ 'ਚੋਂ ਕੁਛ ਨਾ ਕੁਛ ਕੱਢ ਕੇ ਦਿੱਲੀ ਜ਼ਰੂਰ ਲੈ ਕੇ ਜਾਈਏ। ਜਿਵੇਂ ਅਸੀਂ ਅੱਜ ਚੱਲੇ ਹਾਂ, ਤਾਂ ਅੱਜ ਸਾਡੇ ਨਾਲ ਜਿਹੜੀ ਗਿਣਤੀ ਆ ਭਰਾਵਾਂ ਦੀ ਉਹ ਥੋੜ੍ਹੀ ਹੈ, ਕਿਉਂਕਿ ਜ਼ਿਆਦਾਤਰ ਲੋਕਾਂ ਦੇ ਰੁਝੇਵੇਂ ਨੇ, ਤੇ ਉਹ ਰੁਝੇਵੇਂ ਨੇ ਜਿਹੜੇ ਉਹ ਵਾਜਬ ਨੇ, ਉਹ ਸਮਝ 'ਚ ਆਉਂਦੇ ਨੇ ਕਿ ਹਰ ਇੱਕ ਬੰਦੇ ਦੇ ਖੇਤ 'ਚ ਮਸ਼ੀਨ ਖੜੀ ਹੈ, 6 ਮਹੀਨੇ ਬਾਅਦ ਫਸਲ ਆਉਣੀ ਹੁੰਦੀ ਹੈ, ਸਾਰਾ ਕੁਝ ਜ਼ਿਮੀਂਦਾਰ ਦਾ ਫਸਲ 'ਤੇ ਟਿਕਿਆ ਹੁੰਦਾ, ਤੇ ਅਸੀਂ ਕਿਸੇ ਨੂੰ ਕੰਪੈਲ ਨਹੀਂ ਕਰਾਂਗੇ। ਪਰ ਅੱਜ ਤੋਂ 10 ਕੁ ਦਿਨ ਬਾਅਦ ਜਦੋਂ ਅਸੀਂ ਖੇਤ ਖੂਤ ਆਪਦੇ ਪੱਧਰੇ ਕਰ ਲਾਂਗੇ, ਵਾਹ ਲਾਂਗੇ, ਅਸੀਂ ਇੱਕ ਦੁਬਾਰੇ 5-6 ਕਲਾਕਾਰ ਜਿਹੜੇ ਅੰਦੋਲਨ ਦੇ ਵਿੱਚ ਮੋਹਰੀ ਭੂਮਿਕਾ ਦੇ ਵਿੱਚ ਸੀ, ਅਸੀਂ ਇਕੱਠੇ ਹੋ ਕੇ ਇੱਕ ਪਿੰਡਾਂ 'ਚ ਜਾਂ ਮਾਲਵਾ ਮਾਝਾ ਜ਼ੋਨ ਵਾਈਜ਼ ਇੱਕ ਇਕੱਠ ਸੰਬੋਧਨ ਕਰੀਏ, ਤੇ ਉੱਥੋਂ ਨੌਜਵਾਨੀ ਨੂੰ ਆਪਣੇ ਨਾਲ ਲੈ ਕੇ ਚਾਲੇ ਪਾਈਏ, ਤੇ ਇਹ ਕਹੀਏ ਕਿ ਘੱਟੋ ਘੱਟ ਆਪਾਂ ਹਫ਼ਤਾ 10 ਦਿਨ ਤਾਂ ਉੱਥੇ ਲਾ ਕੇ ਆਉਣੇ ਨੇ। ਤੰਬੂ ਸਾਰੇ ਨੇ ਉਵੇਂ ਦੇ ਉਵੇਂ ਨੇ, ਕੋਈ ਖਾਣ ਪੀਣ ਦੀ ਉੱਥੇ ਕਮੀ ਨਹੀਂ, ਕੋਈ ਰਹਿਣ ਸਹਿਣ ਦੇ ਪ੍ਰਬੰਧ ਦੀ ਕੋਈ ਕਮੀ ਨਹੀਂ। ਕਮੀ ਹੈ ਜਿਹੜੀ ਅੱਜ ਉਹ ਨੌਜਵਾਨੀ ਵੱਲੋਂ ਆ ਗਈ, ਆਪਾਂ ਕੋਸ਼ਿਸ਼ ਕਰੀਏ ਦੁਬਾਰੇ ਇੱਕ ਵਾਰੀ ਫਿਰ ਦਿੱਲੀ ਵੱਲ ਨੂੰ ਚਾਲੇ ਪਾਉਣ ਦੀ। ਕੀ ਲੱਗਦਾ ਜਿਸ ਤਰੀਕੇ ਨਾਲ ਕਿਸਾਨ ਆਗੂ ਹੁਣ ਜਿਹੜਾ ਕਿ ਬਿਆਨ ਕਹਿ ਦਈਏ ਜਾਂ ਅਪੀਲ ਕਰਦੇ ਨਜ਼ਰ ਆ ਰਹੇ ਨੇ ਕਿ ਕੇਂਦਰ ਸਰਕਾਰ ਕੁਝੀਆਂ ਚਾਲਾਂ ਦੇ ਇੱਕ ਵਾਰ ਫਿਰ ਆ ਗਈ ਹੈ, ਸਾਜ਼ਿਸ਼ ਦੱਸੀ ਜਾ ਰਹੀ ਹੈ ਸਿੰਘੂ ਵਾਲੀ ਘਟਨਾ ਨੂੰ ਸਾਜ਼ਿਸ਼ ਹੈ, ਜਿਸ ਤਰੀਕੇ ਤਸਵੀਰਾਂ ਬਾਹਰ ਆਈਆਂ, ਪਰ ਉਹ ਕਹਿਣਾ ਹੈ ਕਿ ਹੁਣ ਕੋਈ ਨਾ ਕੋਈ ਵੱਡਾ ਐਕਸ਼ਨ ਸਿੰਘੂ ਬਾਰਡਰ ਤੇ ਜਾਂ ਜਿੱਥੇ ਵੀ ਕਿਸਾਨਾਂ ਦੇ ਬੈਠੇ ਨੇ ਟਿਕਰੀ ਤੇ ਵੀ ਹੋ ਸਕਦਾ ਆ। ਕੀ ਲੱਗਦਾ ਹੈ ਸਾਜ਼ਿਸ਼ ਕੀ ਹੋ ਸਕਦੀ ਹੈ, ਕਿ ਕਿਸ ਤਰੀਕੇ ਦਾ ਐਕਸ਼ਨ ਹੋ ਸਕਦਾ ਹੈ? ਬਾਈ ਜੀ, ਜੇ ਤੁਸੀਂ ਸਾਜ਼ਿਸ਼ ਨੂੰ ਸਮਝੋ ਨਾ ਜੀ, ਤਾਂ ਤੁਹਾਨੂੰ 3 ਘਟਨਾਵਾਂ ਜੋੜਨੀਆਂ ਪੈਣਗੀਆਂ। ਪਹਿਲੀ ਲਖੀਮਪੁਰ ਦੀ, ਉਦੋਂ ਬਾਅਦ 'ਚ ਸਾਡੇ ਗਵਾਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ ਕਿ ਡਾਂਗਾਂ ਆਪਦੀਆਂ 5-5, 700 ਬੰਦਾ ਹਰੇਕ ਜ਼ਿਲ੍ਹੇ 'ਚ ਇਕੱਤਰ ਕਰ ਲਓ, ਤੇ ਆਪਾਂ ਪਰਚੀਆਂ ਦੀ ਤੁਸੀਂ ਪ੍ਰਵਾਹ ਨਾ ਕਰਿਓ। ਕਿਸਾਨ ਜਿਹੜੇ ਧਰਨਾ ਲਾਉਂਦੇ ਆ, ਡਾਂਗ ਫਿਰ ਉਹਨਾਂ ਦੇ ਟਿਕਾ ਕੇ, ਉਹਨਾਂ ਦੇ ਕਹਿਣ ਦਾ ਮਤਲਬ ਇਹੀ ਸੀ। ਤੇ ਉੱਥੇ ਜਿਹੜੇ ਰਾਜ ਗ੍ਰਹਿ ਮੰਤਰੀ ਦਾ ਬਿਆਨ ਸੀਗਾ ਕਿ ਤੁਸੀਂ ਮੇਰਾ ਬੈਕਗਰਾਉਂਡ ਨਹੀਂ ਜਾਣਦੇ, ਮੰਤਰੀ ਬਣਨ ਤੋਂ ਪਹਿਲਾਂ ਮੈਂ ਕੀ ਸੀ, ਤੇ ਉਦੋਂ ਬਾਅਦ 'ਚ ਉਹਦਾ ਬੇਟਾ ਜਿਵੇਂ ਲਿਆ ਕੇ ਕਾਰ ਕਿਸਾਨਾਂ ਦੇ ਉੱਤੇ ਚੜਾ ਦਿੰਦਾ, ਤੇ ਜਿਹੜੀ ਅਸੀਂ ਉਹਨਾਂ ਨੂੰ ਦਰਖਾਸਤ ਦਿੱਤੀ ਸੀ ਕਿ ਇਕੱਲਾ ਮੁੰਡਾ ਨਹੀਂ, ਉਹਦੇ ਪਿਓ ਦੇ ਪ੍ਰਤੀ ਵੀ ਕਾਰਵਾਈ ਹੋਣੀ ਚਾਹੀਦੀ ਹੈ, ਉਹਦੇ ਤੇ ਵੀ ਸਰਕਾਰ ਵੱਲੋਂ ਕੋਈ ਸੁਣਵਾਈ ਹੋਈ ਨਹੀਂ, ਉਹ ਹਲੇ ਉਵੇਂ ਕੈਬਨਿਟ ਦੇ ਵਿੱਚ ਮੰਤਰੀ ਹੈ। ਤੇ ਹੁਣ ਜਿਹੜੀ ਇਹ ਘਟਨਾ ਵਾਪਰੀ ਹੈ, ਬੜੀ ਮੰਦਭਾਗੀ ਘਟਨਾ ਹੈ, ਕਿਉਂਕਿ ਅਸੀਂ ਪੰਜਾਬੀ ਹਾਂ, ਸਾਰੇ ਧਰਮ ਨਾਲ ਬਹੁਤ ਜੁੜੇ ਹਾਂ, ਧਰਮ ਨੂੰ ਮੇਨ ਰੱਖ ਕੇ ਚੱਲਦੇ ਹਾਂ, ਬਾਣੀ ਦਾ ਓਟ ਆਸਰਾ ਲੈ ਕੇ ਚੱਲਦੇ ਹਾਂ, ਪਰ ਫਿਰ ਵੀ ਜਿਵੇਂ ਕਿਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ, ਜਾਂ ਕਿਸੇ ਬਾਣੀ ਦੀ ਬੇਅਦਬੀ, ਕਿਸੇ ਗੁਟਕਾ ਸਾਹਿਬ ਪੋਥੀ ਸਾਹਿਬ ਦੀ ਬੇਅਦਬੀ ਹੈ, ਇਹ ਬੜੀ ਦਿਲ ਨੂੰ ਹੁੰਝਣ ਵਾਲੀ ਇੱਕ ਘਟਨਾ ਹੁੰਦੀ ਹੈ, ਹਲੂਣਾ ਦੇਣ ਵਾਲੀ ਇੱਕ ਘਟਨਾ ਹੁੰਦੀ ਹੈ ਕਿ ਬਹੁਤ ਜਿੱਥੇ ਅਸੀਂ ਓਟ ਆਸਰਾ ਲੈ ਕੇ ਮਹਾਰਾਜ ਤੋਂ ਚੱਲਣਾ ਹੈ, ਉਹਦੀ ਬੇਅਦਬੀ ਦੀ ਜਦੋਂ ਖਬਰ ਆਉਂਦੀ ਹੈ, ਤਾਂ ਇੱਕ ਤਾਂ ਅਸੀਂ ਪਹਿਲਾਂ ਹੀ ਅੰਦੋਲਨ ਦੇ ਵਿੱਚ ਜ਼ਮੀਨਾਂ ਦੀ ਲੜਾਈ ਲੜ ਰਹੇ ਹਾਂ, ਉੱਤੋਂ ਧਾਰਮਿਕ ਭਾਵਨਾਵਾਂ ਵੀ ਸਾਡੀਆਂ ਜੁੜ ਜਾਂਦੀਆਂ ਨੇ। ਉਦੋਂ ਬਾਅਦ 'ਚ ਇੱਕਦਮ ਉਹ ਘਟਨਾ ਹੁੰਦੀ ਹੈ, ਉੱਥੇ ਮਾਰ ਦਿੱਤਾ ਜਾਂਦਾ ਕਿਸੇ ਨੂੰ, ਕਹਿ ਕੇ ਕਿ ਬੇਅਦਬੀ ਕੀਤੀ ਹੈ। ਹੁਣ ਕੀਤੀ ਹੈ ਨਹੀਂ ਕੀਤੀ, ਵਾਹਿਗੁਰੂ ਜਾਣਦਾ ਹੈ, ਰੱਬ ਦੇਖਦਾ ਹੈ। ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਸੰਯੁਕਤ ਮੋਰਚੇ ਦਾ ਬਿਆਨ ਹੈ ਕਿ ਅੰਦੋਲਨ ਉਹ ਆਪਦੀ ਥਾਂ ਤੇ ਸੱਚੇ ਨੇ, ਕਿਉਂਕਿ ਉਹਨਾਂ ਨੂੰ ਅੰਦੋਲਨ ਦਾ ਫਿਕਰ ਹੈ। ਜਿਹੜੇ ਹਿਸਾਬ ਨਾਲ ਸੁਪਰੀਮ ਕੋਰਟ ਰੋਜ਼ ਸਾਡੇ ਤੇ ਉੱਤੋਂ ਪ੍ਰੈਸ਼ਰ ਕੱਸ ਰਹੀ ਹੈ, ਅੱਜ ਵੀ ਕੋਈ ਫੈਸਲਾ ਆਉਣਾ ਹੈ, 26-27 ਨੂੰ ਵੀ ਕੋਈ ਫੈਸਲਾ ਆਉਣਾ ਕਿ ਅਸੀਂ ਤੁਹਾਨੂੰ ਚੁਕਾ ਸਕਦੇ ਹਾਂ, ਇੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਤਾਂ ਇਹ ਸਭ ਚੀਜ਼ਾਂ ਜਦੋਂ ਜੋੜਦੇ ਹਾਂ ਤਾਂ ਫਿਰ ਸਾਨੂੰ ਇਹ ਲੱਗਦਾ ਹੈ ਕਿ ਇਹ
ਬਹੁਤ ਵੱਡੀ ਜਿਹੜੀ ਸਾਜ਼ਿਸ਼ ਹੈ। ਇੱਕ ਤਾਂ ਮੈਂ ਹੁਣ ਦੇਖਣ 'ਚ ਇਹ ਵੀ ਆਉਂਦਾ ਕਿ ਫੋਟੋਆਂ ਵਾਇਰਲ ਹੋ ਜਾਂਦੀਆਂ ਨੇ ਕਿ ਬੀਜੇਪੀ ਦੇ ਨਾਲ ਮੀਟਿੰਗਾਂ ਨੇ, ਉਹ ਪਹਿਲਾਂ ਨਹੀਂ ਫੋਟੋਆਂ ਵਾਇਰਲ ਹੋਈਆਂ। ਇਹ ਵੀ ਇੱਕ ਸਵਾਲ ਹੈ। ਪੰਜਾਬ ਦੇ ਆਮ ਲੋਕ ਗੱਲਾਂ ਕਰਦੇ ਆ ਕਿ ਇਹ ਅੱਜ ਤਸਵੀਰਾਂ ਇਸ ਘਟਨਾ ਤੋਂ ਬਾਅਦ ਵਾਇਰਲ ਹੋਈਆਂ, ਇਹ ਪਹਿਲਾਂ ਨਹੀਂ ਹੋਈਆਂ, ਬਲਕਿ ਤਸਵੀਰਾਂ ਉਹ ਕਹੀਆਂ ਜਾਂਦਾ ਕਿ ਬਹੁਤ ਪੁਰਾਣੀਆਂ ਤਸਵੀਰਾਂ ਨੇ। ਜਦੋਂ ਹੁਣ ਇਹ ਸਾਰੇ ਐਂਗਲ ਜੁੜਦੇ ਆ ਤਾਂ ਫਿਰ ਇਹ ਲੱਗਦਾ ਹੈ ਕਿ ਅੱਜ ਲੋੜ ਹੈ ਕਿ ਪੂਰਾ ਪੰਜਾਬ ਦਿੱਲੀ ਦੀਆਂ ਸਰਹੱਦਾਂ ਤੇ ਜਾ ਕੇ ਖੜਾ ਹੋ ਜਾਵੇ। ਨਹੀਂ, ਜਿਹੜੀ ਸਾਜ਼ਿਸ਼ ਬੀਜੇਪੀ ਕਰ ਰਹੀ ਹੈ ਜਾਂ ਸੰਗਠਨ ਕਰ ਰਹੇ ਹੈ, ਉਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ ਸਾਡੇ ਤੇ ਭਾਰੂ ਨਾ ਪੈ ਜਾਵੇ। ਗੱਲ ਇਹ ਨਹੀਂ ਹੋਊਗੀ ਕਿ ਉਹ ਸਾਨੂੰ ਪੱਟ ਦੇਣਗੇ, ਗੱਲ ਇਹ ਹੋਊਗਾ ਕਿ ਤਣਾਅਪੂਰ ਮਾਹੌਲ ਹੈ ਜਿਹੜਾ ਤਣਾਅਪੂਰਨ ਹੋ ਜਾਊਗਾ ਬਹੁਤ। ਉਹ ਉੱਥੋਂ ਖਦੇੜਨ ਦੀ ਕੋਸ਼ਿਸ਼ ਕਰਨਗੇ, ਪੰਜਾਬ ਵਾਲੇ ਇੱਥੋਂ ਡਾਂਗਾਂ ਲੈ ਕੇ ਉਧਰੋਂ ਜਾਣਗੇ, ਰਾਹ 'ਚ ਹਰਿਆਣਾ ਰੁਕਾਵਟ ਬਣੂਗਾ। ਚਲੋ ਸਰਕਾਰ ਰੁਕਾਵਟ ਬਣੂਗੀ, ਕਿਸਾਨ ਤਾਂ ਹਰਿਆਣੇ ਦਾ ਸਾਡੇ ਨਾਲ ਹੀ ਆ। ਤਾਂ ਉਸ ਮਾਹੌਲ 'ਚ ਬੀਜੇਪੀ ਕੁਝ ਵੀ ਕਰ ਸਕਦੀ ਹੈ, ਲਾਠੀ ਚਾਰਜ ਕਰਵਾ ਸਕਦੀ ਆ, ਗੋਲੀਆਂ ਚਲਵਾ ਸਕਦੀ ਆ। ਓਬਵੀਅਸਲੀ ਇਹਨਾਂ ਨੇ ਪਹਿਲਾਂ ਚਲਾਈਆਂ ਨੇ। ਤਾਂ ਮੈਂ ਇਹ ਸੋਚਦਾ ਕਿ ਪੰਜਾਬ 'ਚ ਵੋਟਾਂ ਦਾ ਦੌਰ ਹੈ। ਇਹ ਜੇ ਮਾਹੌਲ ਕ੍ਰੀਏਟ ਹੋ ਗਿਆ ਤਾਂ ਪੰਜਾਬ ਦਾ ਕਿਤੇ ਨਾ ਕਿਤੇ ਬੀਜੇਪੀ ਇਹ ਸੋਚੂਗੀ ਕਿ ਇਹਨੂੰ ਕਸ਼ਮੀਰ ਬਣਾ ਦਿੱਤਾ ਜਾਵੇ, ਇੱਥੇ ਐਮਰਜੈਂਸੀ ਲਾ ਦਿੱਤੀ ਜਾਵੇ, ਵੋਟਾਂ ਭੰਗ ਕਰ ਦਿੱਤੀਆਂ ਜਾਣ। ਪੰਜਾਬ ਨੂੰ ਤਾਂ ਪਹਿਲਾਂ ਹੀ 50 ਕਿਲੋਮੀਟਰ ਉਹਨਾਂ ਨੇ ਅੰਦਰ ਇੱਕ ਅਣਮਿੱਥੀ ਐਮਰਜੈਂਸੀ ਲਾਤੀ। ਉਹ ਸਾਡੇ ਲਈ, ਸਾਨੂੰ ਪਤਾ ਹੀ ਨਹੀਂ ਕਿ ਕੀ ਉੱਥੇ ਹੋਊਗਾ ਕੀ ਨਹੀਂ ਹੋਊਗਾ। ਉਹਦੇ ਤੇ ਵੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਕਿ ਪੰਜਾਬ ਦਾ ਕੋਈ ਲੀਡਰ, ਠੀਕ ਹੈ, ਬਿਆਨ ਤਾਂ ਹਰ ਇੱਕ ਬੰਦਾ, ਮੀਡੀਆ ਦਾ ਕੰਮ ਹੈ, ਮੀਡੀਆ ਨੇ ਸਵਾਲ ਕਰਨਾ ਹੈ, ਪਰ ਕਿਸੇ ਦਾ ਸਟੈਂਡ ਨਹੀਂ, ਇਕੱਲੇ ਜਵਾਬ ਹੀ ਨੇ ਉਹਨਾਂ ਤੇ। ਉਹ ਵੀ ਲੜਾਈ ਲੜਨੀ ਚਾਹੀਦੀ ਹੈ। ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਨੂੰ ਇਕਜੁੱਟ ਰਹਿਣਾ ਚਾਹੀਦਾ। ਇੱਕ ਸੰਕਟ ਵੱਡਾ ਜਿਹੜਾ ਸਾਡੇ ਤੇ ਆਉਣ ਵਾਲਾ ਹੈ, ਪੰਜਾਬ ਤੇ ਵੀ ਆਉਣ ਵਾਲਾ ਤੇ ਧਰਨੇ ਤੇ ਵੀ ਆਉਣ ਵਾਲਾ ਹੈ। ਇਹ ਕਿਵੇਂ ਬੈਕਫੁੱਟ ਤੇ ਜਾਣਗੇ? ਕਿਉਂਕਿ ਜਦੋਂ ਇਹ ਗਿਣਤੀ ਪਿਛਲੇ ਸਾਲ ਲੱਖਾਂ ਦੀ ਤਾਦਾਦ 'ਚ ਸੀ, ਕੋਈ ਸੁਪਰੀਮ ਕੋਰਟ ਕਹਿੰਦਾ ਸੀ ਕਿ ਸਰਕਾਰ ਨੂੰ ਤਾੜਨਾ ਪਾਉਂਦਾ ਸੀ ਕਿ ਤੁਸੀਂ ਗਲਤ ਕਰ ਰਹੇ ਹੋ ਕਿਸਾਨਾਂ ਨਾਲ। ਅੱਜ ਸਾਡੀ ਉੱਥੇ ਰੇਸ਼ੋ ਗਿਣਤੀ ਘਟੀ ਹੈ, ਤਾਂ ਉਹਨਾਂ ਨੂੰ ਇਹ ਲੱਗਿਆ ਕਿ ਹੋ ਸਕਦਾ ਹੁਣ ਲੋਕ ਉਸ ਗਿਣਤੀ 'ਚ ਨਾ ਆਉਣ। ਇਹ ਗੱਲ ਗਿਣਤੀ ਦੀ ਹੈ। ਤਾਂ ਮੈਂ ਇਹੀ ਬੇਨਤੀ ਕਰਦਾ ਕਿ ਗਿਣਤੀ ਵਧਾਓ, ਉੱਥੇ ਇਕੱਠ ਵਧਾਓ। ਸਾਰੀਆਂ ਪਾਵਰਾਂ, ਸਾਰੀਆਂ ਸਰਕਾਰਾਂ ਇਕੱਠਾਂ ਮੂਹਰੇ ਆ ਕੇ ਫੇਲ ਹੋ ਜਾਂਦੀਆਂ ਨੇ। ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਵਾਂਗੇ 200%, ਕਿਉਂਕਿ ਕਿੰਨੇ ਭਰਾ ਆਪਦੀਆਂ ਜਾਨਾਂ ਦੇ ਚੁੱਕੇ ਨੇ, ਕਿੰਨਾ ਟਾਈਮ ਹੋ ਗਿਆ, ਕਿੰਨਾ ਕੁਛ ਪੰਜਾਬ ਦਾ ਉੱਥੇ ਇਨਵੈਸਟ ਹੋ ਚੁੱਕਿਆ। ਜੇ ਸਾਨੂੰ ਸਰਕਾਰ ਨੇ ਅੱਜ ਵੀ ਉਵੇਂ ਹੀ ਤੋਰਤਾ, ਡਰਾ ਕੇ ਧਮਕਾ ਕੇ, ਫਿਰ ਇਹ ਮਾੜੀ ਗੱਲ ਹੋ ਜਾਣੀ ਹੈ। ਨੌਜਵਾਨੀ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਕਿ ਆਪਣਾ ਫਰਜ਼ ਸਮਝਦੇ ਹੋਏ, ਇਹਨੂੰ ਸੰਜੀਦਗੀ ਨਾਲ ਸਮਝਦੇ ਹੋਏ, ਤੁਸੀਂ ਦੁਬਾਰੇ ਇੱਕ ਵਾਰੀ ਇਹਨੂੰ ਬਹੁਤ ਠੰਡੇ ਮਤੇ ਨਾਲ ਸੋਚੋ ਕਿ ਫਿਊਚਰ ਸਾਡਾ ਹੈ। ਹਰ ਇੱਕ ਬੰਦਾ ਕੈਨੇਡਾ ਵੀ ਨਹੀਂ ਜਾ ਸਕਦਾ, ਪੰਜਾਬ ਸਾਡਾ ਹੈ, ਸਾਨੂੰ ਪੰਜਾਬ ਦੇ ਹਿੱਤਾਂ ਲਈ ਖੜਨਾ ਪਊਗਾ। ਸਰਕਾਰਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ, ਨਾ ਕਿ ਵੋਟਾਂ ਵੱਲ ਜਾਣਾ ਚਾਹੀਦਾ। ਮੁੱਦਾ ਇਹ ਵੱਡਾ, ਇਹਦੇ ਤੇ ਰਾਜਨੀਤੀ ਤਾਂ ਬਹੁਤ ਕਰ ਲਈ ਸਾਰਿਆਂ ਨੇ, ਪਰ ਰਿਐਲਿਟੀ 'ਚ ਕੋਈ ਵੀ ਨਾਲ ਨਹੀਂ ਖੜਾ। ਅਸੀਂ ਗੱਲ ਕਰ ਲਈਏ, ਕੈਪਟਨ ਅਮਰਿੰਦਰ ਐਲਾਨ ਕਰਕੇ ਪਾਰਟੀ ਬਣਾਉਣ ਦਾ, ਉਹ ਕਹਿੰਦੇ ਜੇ ਖੇਤੀ ਕਾਨੂੰਨਾਂ ਦਾ ਕੋਈ ਹੱਲ ਕੱਢਿਆ ਜਾਵੇਗਾ, ਉਹਨਾਂ ਨੇ ਕਿਹਾ ਹੱਲ ਕੱਢਿਆ ਜਾਵੇਗਾ, ਤਾਂ ਹੋ ਸਕਦਾ ਭਾਜਪਾ ਨਾਲ ਗੱਠਜੋੜ ਹੋ ਜਾਵੇ। ਇਹ ਰਾਜਨੀਤੀ ਲੱਗਦੀ ਹੈ, ਇਹ ਵੀ ਕੋਈ ਹਿੱਸਾ ਹੀ ਲੱਗਦਾ? ਜਿਹੜੀਆਂ ਕੜੀਆਂ ਤੁਸੀਂ ਜੋੜ ਰਹੇ ਹੋ, ਉਸੇ ਕੜੀ ਦਾ ਕੋਈ ਹਿੱਸਾ ਲੱਗਦਾ ਹੈ? ਦੇਖੋ, ਸਿਆਸੀ ਲੋਕ ਜਦੋਂ ਗੱਲਾਂ ਕਰਦੇ ਆ ਜੀ, ਉਹਨਾਂ ਦੀਆਂ ਬਹੁਤ ਮਾਇਨੇ ਨੇ ਜਿਹੜੇ ਉਹ ਬਹੁਤ ਚੀਜ਼ਾਂ 'ਚ ਨਿਕਲਦੇ ਨੇ। ਇਹ ਸਮਝਣਾ ਇੱਕ ਆਮ ਬੰਦੇ ਦੇ ਵੱਸ ਦੀ ਕਹਾਣੀ ਨਹੀਂ। ਪਰ ਪਿਛਲੇ ਦਿਨਾਂ 'ਚ ਜਿਹੜਾ ਅਸੀਂ ਜੱਜ ਕੀਤਾ ਕਿ ਕੀ ਕੁਛ ਹੋਇਆ, ਕੀ ਕੁਛ ਨਹੀਂ ਹੋਇਆ, ਮੈਨੂੰ ਲੱਗਦਾ ਹੈ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਜਦੋਂ ਲੀਡਰ ਇਹ ਗੱਲ ਕਹਿੰਦੇ ਆ ਕਿ ਸਾਨੂੰ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ, ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣਾ ਹੈ, ਤਾਂ ਉਦੋਂ ਕਿਉਂ ਨਹੀਂ ਇਹ ਗੱਲ ਚੱਲੀ ਕਿ ਭਾਜਪਾ ਕੋਲ ਤਾਂ ਉਦੋਂ ਵੀ ਬਹੁਤ ਵਾਰੀ ਜਾਂਦੇ ਰਹੇ ਹੈ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਾਈਏ, ਅਸੀਂ ਰੱਦ ਕਰਾਈਏ। ਸਾਡੇ ਪੰਜਾਬ ਦੇ ਲੋਕ ਉੱਥੇ ਬੈਠੇ ਆ, ਕਿੰਨੀਆਂ ਰੁੱਤਾਂ, ਕਿੰਨੇ ਮੌਸਮ ਲੰਘੇ। ਹੁਣ ਆਪਦੀ ਇੱਕ ਸੱਤਾ ਚੌਧਰ ਦੇ ਲਈ ਇਹ ਚੀਜ਼ਾਂ ਕਰਨੀਆਂ। ਤੇ ਫਿਰ ਵੱਡੀ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਸਵਾਲ ਚੱਕਦਾ, ਕੋਈ ਬੰਦਾ ਟਿੱਪਣੀ ਕਰਦਾ, ਦੇਖੋ ਲੋਕਤੰਤਰ ਦੀ ਖੂਬਸੂਰਤੀ ਕੀ ਹੈ ਕਿ ਹਰ ਇੱਕ ਬੰਦਾ ਟਿੱਪਣੀ ਕਰ ਸਕਦਾ ਹੈ ਜੇ ਉਹਨੂੰ ਕੋਈ ਗੱਲ ਚੰਗੀ ਨਾ ਲੱਗੇ। ਇੱਥੇ ਕੀ ਹੋਣ ਲੱਗ ਗਿਆ ਕਿ ਜਦੋਂ ਤੁਸੀਂ ਟਿੱਪਣੀ ਕਰਦੇ ਹੋ ਤਾਂ ਤੁਹਾਡੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਹੋ ਸਕਦਾ ਮੈਂ ਕੋਈ ਸਟੇਟਮੈਂਟ ਦੇ ਦੇਵਾਂ ਇੱਦਾਂ ਦੀ ਜੋ ਹੋ ਰਿਹਾ, ਤਾਂ ਹੋ ਸਕਦਾ ਕੱਲ ਨੂੰ ਮੇਰੇ ਤੇ ਕੋਈ ਵੱਡੀ ਕਾਰਵਾਈ ਹੋ ਜਾਏ। ਇਹਨਾਂ ਲਈ ਕੋਈ ਵੱਡੀ ਗੱਲ ਨਹੀਂ, ਇਹ ਤਾਂ ਰਾਤੋਂ ਰਾਤ ਚੱਕ ਕੇ ਲੈ ਕੇ ਜਾਂਦੇ ਆ ਜਿਵੇਂ ਮਾਹੌਲ ਚਾਲ ਹੈ। ਪਰ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਨੇ। ਸਰਕਾਰ ਬਣਾਉਣ ਦਾ ਇੱਕ ਸਿਰਫ ਪਲਾਨ ਹੈ ਕਿ ਅਸੀਂ ਪਾਰਟੀ ਬਣਾਉਣੇ ਆ, ਬੀਜੇਪੀ ਤੋਂ ਇਹ ਕਾਨੂੰਨ ਰੱਦ ਕਰਾਉਣੇ ਆ, ਸਾਨੂੰ ਵੋਟਾਂ ਪਵਾਓ। ਹੋ ਸਕਦਾ ਜਿਹੜੀ ਇਹ 50 ਕਿਲੋਮੀਟਰ ਦੀ ਲਿਮਟ ਹੈ ਉਹ ਵੀ ਘੱਟ ਕਰਾਈਏ, ਉਹ ਵੀ ਮੈਨੀਫੈਸਟੋ ਦੇ ਵਿੱਚ ਆ ਜੇ। ਹੋ ਸਕਦਾ 5 ਲੱਖ ਕਿਸਾਨਾਂ ਦਾ ਕਰਜ਼ਾ ਵੀ ਮਾਫ ਹੋ ਜੇ। ਤਾਂ ਇਹ ਸਾਰੀਆਂ ਚੀਜ਼ਾਂ ਰਾਜਨੀਤੀ ਤੋਂ ਪ੍ਰੇਰਿਤ ਨੇ। ਇਹ ਜਿਹੜੀਆਂ ਇਹ ਢਾਂਚੇ ਬੁਣੇ ਜਾਂਦੇ ਆ 6-6 ਮਹੀਨੇ, 7-7 ਮਹੀਨੇ ਪਹਿਲਾਂ ਹੀ ਖਰੜੇ ਤਿਆਰ ਕਰ ਦਿੱਤੇ ਜਾਂਦੇ ਆ। ਪਹਿਲਾਂ ਚੀਜ਼ਾਂ ਸੈਂਟਰ ਤੋਂ ਕਰਵਾਈਆਂ ਜਾਂਦੀਆਂ ਨੇ, ਫਿਰ ਉਹ ਚੀਜ਼ਾਂ ਸੈਂਟਰ ਤੋਂ ਹਟਵਾਈਆਂ ਜਾਂਦੀਆਂ ਨੇ, ਸਿਰਫ ਲੋਕਾਂ ਨੂੰ ਇੱਕ ਮੂਰਖ ਬਣਾਉਣ ਦੇ ਲਈ ਕਿ ਆਹ ਦੇਖੋ ਜੀ ਅਸੀਂ ਹੁਣ ਆਏ ਆ, ਅਸੀਂ ਹੁਣ ਕਰਕੇ ਦਿਖਾਵਾਂਗੇ। ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪਹਿਲਾਂ ਵੀ ਤੁਸੀਂ ਹੀ ਸੀ,
ਪਹਿਲਾਂ ਵੀ ਤੁਹਾਡੀ ਹੀ ਸਰਕਾਰ ਸੀ, ਤੁਸੀਂ ਹੀ ਸਾਰੀਆਂ ਚੀਜ਼ਾਂ ਕੀਤੀਆਂ। ਇਹ ਜੇ ਹੁਣ ਚੀਜ਼ਾਂ ਤੁਸੀਂ ਬੀਜੇਪੀ ਤੋਂ ਕਰਵਾ ਸਕਦੇ ਹੋ ਤਾਂ ਤੁਸੀਂ ਫਿਰ ਪਹਿਲਾਂ ਕਿਉਂ ਨਹੀਂ ਕਰਵਾਈਆਂ? ਸਾਲ ਸਾਨੂੰ ਬੈਠਿਆਂ ਨੂੰ ਹੋ ਗਿਆ। ਤਾਂ ਇਹ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਹੈ, ਸਰਕਾਰ ਬਣਾਉਣ ਦੀ ਰਾਜਨੀਤੀ ਹੈ। ਪਰ ਮੈਨੂੰ ਲੱਗਦਾ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਸਮਝਦਾਰ ਨੇ, ਇਸ ਵਾਰ ਉਹ ਕੋਈ ਗਲਤੀ ਨਹੀਂ ਕਰਨਗੇ ਆਪਦੇ ਨੁਮਾਇੰਦੇ ਚੁਣਨ ਦੇ ਲਈ। ਪੰਜਾਬ ਦੇ ਲੋਕਾਂ ਦਾ ਕਿਸਾਨ ਆਗੂਆਂ ਤੇ ਵਿਸ਼ਵਾਸ ਘਟਦਾ ਨਜ਼ਰ ਆ ਰਿਹਾ। ਜਿਸ ਤਰੀਕੇ ਦੇ ਨਾਲ ਸਿੰਘੂ ਦੀ ਘਟਨਾ ਹੋਈ, ਉਹ ਸਿੱਖ ਵਰਸਸ ਕਿਤੇ ਨਾ ਕਿਤੇ ਕਾਮਰੇਡ ਬਣ ਗਿਆ, ਫਿਰ ਉਹ ਸਿੱਖ ਵਰਸਸ ਅਨੁਸੂਚਿਤ ਜਾਤੀ ਦਾ ਬਣ ਗਿਆ। ਇਹ ਚੀਜ਼ਾਂ ਨਾਲ ਕਿਤੇ ਨਾ ਕਿਤੇ ਆਮ ਜੋ ਲੋਕ ਨੇ, ਚਾਹੇ ਜੋ ਸ਼ਲਾਘਾ ਕਰਦੇ ਨਜ਼ਰ ਆਉਂਦੇ ਨੇ ਨਿਹੰਗ ਸਿੰਘਾਂ ਦੀ, ਉਹ ਵਿਸ਼ਵਾਸ ਘਟ ਚੁੱਕਿਆ ਆ ਕਿਸਾਨ ਆਗੂਆਂ ਤੇ। ਦੇਖੋ, ਹਰ ਇੱਕ ਭਾਵਨਾ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਦੋਂ ਇੱਕ ਲੀਡਰ ਬਣ ਜਾਂਦੇ ਆ। ਧਾਰਨਾ ਸਿਆਸਤੀ ਲੋਕ ਵੀ ਕਹਿੰਦੇ ਆ ਵੀ ਅਸੀਂ ਵੀ ਸਪੋਰਟ ਕਰਦੇ ਹਾਂ, ਸਾਡੇ ਸਿੱਖ ਸਮਾਜ ਦੇ ਲੋਕ ਕਹਿੰਦੇ ਆ ਅਸੀਂ ਵੀ ਸਪੋਰਟ ਕਰਦੇ ਹਾਂ, ਬੁੱਧੀਜੀਵੀ ਵੀ ਹੈਗੇ ਆ, ਸਮਾਜ ਸੇਵੀ ਵੀ ਹੈਗੇ ਆ, ਸਾਰੇ ਆ। ਆਗੂਆਂ ਤੇ ਜ਼ਿੰਮੇਵਾਰੀ ਚੌਗਣੀ ਹੋ ਜਾਂਦੀ ਹੈ ਕਿ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣ। ਜਿੱਥੇ ਨੌਜਵਾਨੀ ਦੀ ਗੱਲ ਆ ਜਾਂਦੀ ਹੈ, ਪਿਛਲੀਆਂ ਕਿੰਨੀਆਂ ਘਟਨਾਵਾਂ ਹੋਈਆਂ, ਠੀਕ ਹੈ, ਅਸੀਂ ਉਹਨਾਂ ਦੀ ਵੀ ਭਾਵਨਾ ਸਮਝਦੇ ਹਾਂ ਕਿ ਜੇ ਅਸੀਂ ਕੋਈ ਤੱਤਾ ਪ੍ਰੋਗਰਾਮ ਦੇਵਾਂਗੇ ਤਾਂ ਸਾਨੂੰ ਉੱਤੋਂ ਪ੍ਰੈਸ਼ਰ ਆਊਗਾ ਜਾਂ ਕੁਝ ਵੀ ਲਾਠੀਚਾਰਜ ਵਗੈਰਾ ਜਾਂ ਮਾਹੌਲ ਖਰਾਬ ਹੋ ਸਕਦਾ। ਅਸੀਂ ਪ੍ਰੋਗਰਾਮ ਨਹੀਂ ਦੇ ਸਕਦੇ, ਅਸੀਂ ਨਹੀਂ ਕਰਨਾ, ਚਲੋ ਮੰਨ ਲਓ, ਤਾਂ ਅਸੀਂ ਇੱਕ ਧਮਕੀ ਤਾਂ ਦੇ ਸਕਦੇ ਹਾਂ ਨਾ, ਇੱਕ ਵੱਡੇ ਇਕੱਠ ਦੀ, ਦਿੱਲੀ ਨੂੰ ਘੇਰਨ ਦੀ। ਪਹਿਲਾਂ ਵੀ ਇਹ ਮੁੱਦਾ ਹੀ ਇੱਥੇ ਤੱਕ ਤਾਂ ਪਹੁੰਚਿਆ ਜੇ ਅਸੀਂ ਜਾ ਕੇ ਦਿੱਲੀ ਘੇਰੀ ਆ। ਜੇ ਅਸੀਂ ਦਿੱਲੀ ਨਾ ਘੇਰਦੇ ਤਾਂ ਇਹ ਐਡਾ ਵੱਡਾ ਮੁੱਦਾ ਹੀ ਨਾ ਬਣਦਾ, ਵਰਲਡ ਵਾਈਡ ਦੀ ਨਿਊਜ਼ ਹੀ ਨਾ ਬਣਦੀ। ਤਾਂ ਫਿਰ ਅਸੀਂ ਦੁਬਾਰੇ ਕਿਉਂ ਨਹੀਂ ਉਹਨਾਂ ਨੂੰ ਇਹ ਗੱਲ ਕਹਿ ਸਕਦੇ? ਕਹਿ ਰਹੇ ਹੋ ਵੀ ਕਾਲ ਦਿੱਤੀ ਜਾਵੇ ਸੰਸਦ ਤੱਕ ਪਹੁੰਚਣ ਦੀ ਜਾਂ ਪ੍ਰਧਾਨ ਮੰਤਰੀ ਦੇ ਘਰ ਤੱਕ ਪਹੁੰਚਣ ਦੀ। ਵੱਡਾ ਇਕੱਠ, ਬਿਲਕੁਲ, ਇਹ ਦੋ ਚੀਜ਼ਾਂ ਲਾ ਲਓ। ਇਦੋਂ ਬਿਨਾਂ ਕੋਈ ਹੋਰ ਲਾ ਲਓ ਕਿ ਅਸੀਂ ਦਿੱਲੀ 'ਚ ਐਂਟਰ ਕਰਾਂਗੇ ਜੇ ਸਾਡੀਆਂ ਤੁਸੀਂ ਮੰਗਾਂ ਨਾ ਮੰਨੀਆਂ। ਇਹ ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਚੀਜ਼ 26 ਜਨਵਰੀ ਹੀ ਹੋਊਗੀ। ਜਾਬਤੇ 'ਚ ਰਹਿ ਕੇ ਵੀ ਚੀਜ਼ਾਂ ਬਹੁਤ ਹੋ ਸਕਦੀਆਂ ਨੇ, ਪਰ ਗੱਲ ਇਹ ਹੈ ਕਿ ਕਰਨੀਆਂ ਪੈਣਗੀਆਂ। ਨੌਜਵਾਨੀ ਹੈ ਜਿਹੜੀ, ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋ ਜਾਂਦੀ ਹੈ। ਮੈਨੂੰ ਪਿੰਡਾਂ 'ਚ ਬਹੁਤ ਲੋਕ ਸਵਾਲ ਕਰਦੇ ਆ ਕਿ ਠੀਕ ਹੈ, ਅਸੀਂ ਆਗੂਆਂ ਦਾ ਸਤਿਕਾਰ ਕਰਦੇ ਹਾਂ, ਮੈਂ ਤਾਂ ਹਮੇਸ਼ਾ ਹੀ ਕਿਹਾ ਸੰਯੁਕਤ ਮੋਰਚੇ ਨਾਲ ਚੱਲਦੇ ਹਾਂ, ਪਰ ਕੋਈ ਪ੍ਰੋਗਰਾਮ ਉਦਾਂ ਦਾ ਨਹੀਂ ਲਿਖਿਆ ਜਾਂਦਾ। ਹੁਣ ਸਾਨੂੰ ਯੂਪੀ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ। ਮੰਨ ਲਓ ਲਖੀਮਪੁਰ ਘਟਨਾ ਹੋਈ, ਕਿਹਨੇ ਉੱਥੇ ਕੀ ਸਟੈਂਡ ਲਿਆ? ਆਪਦਾ ਹਰ ਇੱਕ ਬੰਦਾ ਮੂਹਰੇ ਸੀ ਕਿ ਮੈਂ ਇਧਰੋਂ ਮੈਂ ਚਲਾ ਗਿਆ, ਇਧਰੋਂ ਮੈਂ ਚਲਾ ਗਿਆ। ਇਕੱਠੇ ਹੋ ਕੇ ਕਿਉਂ ਨਹੀਂ ਚੱਲੇ? ਯੂਪੀ ਦੇ ਬਾਰਡਰ ਤੇ ਇੱਕ ਵੱਡਾ ਇਕੱਠ ਕਿਉਂ ਨਹੀਂ ਰੱਖਿਆ ਕਿ ਸਾਨੂੰ ਇੱਥੇ ਕਿਉਂ ਨਹੀਂ ਐਂਟਰ ਕਰਨ ਦਿੱਤਾ ਜਾਂਦਾ? ਕੱਲਾ ਲੀਡਰ ਕਿਉਂ ਗਿਆ? ਇਹ ਚੀਜ਼ਾਂ ਸਾਰੀਆਂ ਇਹਨਾਂ ਨੂੰ ਸੋਚਣੀਆਂ ਚਾਹੀਦੀਆਂ ਨੇ। ਪੰਜਾਬ 'ਚ ਆਉਣਾ ਚਾਹੀਦਾ ਹੈ, ਸੰਜੀਦਾ ਹੋਣਾ ਚਾਹੀਦਾ ਕਿ ਇੱਕ ਵੱਡੀ ਕਾਲ ਦੇਣੀ ਚਾਹੀਦੀ ਹੈ ਪੰਜਾਬ ਨੂੰ, ਹਰਿਆਣੇ ਨੂੰ, ਯੂਪੀ ਨੂੰ ਨਾਲ ਲੈ ਕੇ। ਜਦੋਂ ਅਸੀਂ ਮੁਜ਼ੱਫਰਾਨਗਰ ਪੰਚਾਇਤ 'ਚ ਜਾ ਸਕਦੇ ਹਾਂ, ਲੱਖਾਂ ਦੀ ਤਦਾਦ 'ਚ ਪੰਜਾਬੀ ਉੱਥੇ ਪਹੁੰਚ ਸਕਦੇ ਹਾਂ, ਤਾਂ ਅਸੀਂ ਫਿਰ ਇੱਥੇ ਕਿਉਂ ਨਹੀਂ ਕੋਈ ਟਰੈਕਟਰ ਮਾਰਚ ਹੀ ਰੱਖ ਲਓ ਦੁਬਾਰੇ? ਚਲੋ ਦਿੱਲੀ 'ਚ ਨਾ ਵੜੋ, ਤੁਸੀਂ ਪੰਜਾਬ ਤੋਂ ਲੈ ਕੇ ਸ਼ੰਭੂ ਮੋਰਚੇ ਤੱਕ ਇੱਕ ਵੱਡਾ ਟਰੈਕਟਰ ਰੈਲੀ ਰੱਖ ਲਓ ਨਾ, ਕਿ ਇੱਥੋਂ ਆਗੂ ਆਉਣ, ਸ਼ੰਭੂ ਬੈਰੀਅਰ ਤੋਂ ਚੱਲਣ, ਮੋਹਾਲੀ ਤੋਂ ਚੱਲਣ, ਕਿ ਟਰੈਕਟਰਾਂ ਤੇ ਚੜ੍ਹ ਕੇ ਚੱਲਦੇ ਹਾਂ ਦਿੱਲੀ ਨੂੰ। ਕੋਈ ਇਦਾਂ ਦਾ ਪ੍ਰੋਗਰਾਮ ਨੌਜਵਾਨੀ ਚਾਹੁੰਦੀ ਹੈ ਕਿ ਅਸੀਂ ਆਪਦੀ ਪਾਵਰ ਦਿਖਾਈਏ, ਅਸੀਂ ਆਪਦਾ ਇਕੱਠ ਦਿਖਾਈਏ। ਜਦੋਂ ਇਹਦੇ 'ਚ ਤਾਂ ਹੈ ਨਹੀਂ, ਚਲੋ ਦਿੱਲੀ ਤਾਂ ਅਸੀਂ ਨਹੀਂ ਗਏ। ਪਰ ਜਸ ਇਹਦੇ ਵਿੱਚ ਇਹ ਹੁੰਦਾ, ਜਦੋਂ ਦਾ ਕੋਈ ਚੰਗਾ ਕੰਮ ਹੋ ਗਿਆ ਫਿਰ ਤਾਂ ਸਿਰ ਆਪਦੇ ਸਿਰ ਲੈ ਲੈਂਦੇ ਨੇ। ਜੇ ਲਾਲ ਕਿਲੇ ਦੀ ਘਟਨਾ ਹੋਈ ਸੀ, ਉੱਥੋਂ ਵੀ ਮੁਨਕਰ ਹੁੰਦੇ ਨਜ਼ਰ ਆਏ। ਉਹ ਕਹਿੰਦੇ ਵੀ ਸਾਡੇ ਬੰਦੇ ਨੇ ਸ਼ਰਾਰਤੀ ਸੀ, ਜਾਂ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਉਹ ਸ਼ਰਾਰਤੀ ਕਹਿ ਕੇ ਜਾਂ ਇਹ ਕਹਿ ਕੇ ਪਾਸੇ ਕਰ ਦਿੱਤਾ ਜਾਂਦਾ ਹੈ ਕਿ ਸਾਡੇ ਬੰਦੇ ਨਹੀਂ ਹੈਗੇ। ਤਾਂ ਇਹ ਤੋਂ ਕਿਤੇ ਨਾ ਕਿਤੇ ਵਿਸ਼ਵਾਸ ਟੁੱਟਦਾ ਨਜ਼ਰ ਆਉਂਦਾ। ਓਬਵੀਅਸਲੀ ਗੱਲ ਆ, ਤਾਂ ਹੀ ਤਾਂ ਲੋਕ ਸਵਾਲ ਚੱਕਦੇ ਆ ਜੀ, ਤਾਂ ਹੀ ਤਾਂ ਵੱਖ-ਵੱਖ ਧੜੇ ਖੜੇ ਹੁੰਦੇ ਆ। ਫਿਰ ਸਾਨੂੰ ਇਹ ਕਹਿਣਾ ਪੈਂਦਾ ਕਿ ਅਸੀਂ ਬਜ਼ੁਰਗਾਂ ਦੇ ਨਾਲ ਚੱਲਾਂਗੇ, ਤੇ ਸਾਡੇ ਕੋਲ ਕੋਈ ਹੋਰ ਚਾਰਾ ਵੀ ਨਹੀਂ। ਇਹ ਵੀ ਹੈ ਕਿ ਅਸੀਂ ਉਹਨਾਂ ਨੂੰ ਚੱਲਦੇ ਉਹਦੇ 'ਚ ਇਹ ਵੀ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੇ ਆ ਕਿ ਨਹੀਂ ਜੀ ਇਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਕਿਤੇ ਨਾ ਕਿਤੇ ਨਲਾਇਕੀ ਸਰਕਾਰ ਦੀ ਵੀ ਆ, ਉਹ ਗੱਲਬਾਤ ਦੇ ਰਾਹ ਤੇ ਆ ਹੀ ਨਹੀਂ ਰਹੀ। ਉਹਨਾਂ ਨੂੰ ਇਹ ਆ ਕਿ ਸਾਡੇ ਤੱਕ ਗੱਲਬਾਤ ਕਰਨ ਤੱਕ ਪਹੁੰਚਣ ਨਾ ਪਹੁੰਚਣ, ਇਹ ਆਪਸ 'ਚ ਹੀ ਉਲਝੀ ਜਾਣ, ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰੀ ਜਾਣ, ਆਪਸ 'ਚ ਲੜੀ ਜਾਣ। ਉਹ ਧੜਿਆਂ ਨੂੰ ਸਟਰੋਂਗ ਕਰ ਦਿੰਦੇ ਆ ਕਿ ਅੱਛਾ ਇਹਦੇ ਵਾਲਾ ਧੜਾ ਹੁਣ ਥੋੜ੍ਹਾ ਜਿਹਾ ਜ਼ਿਆਦਾ ਹਾਈਲਾਈਟ ਆ ਤਾਂ ਇੱਧਰੋਂ ਚੱਕ ਦਿਓ, ਚੋਕ ਲਾ ਦਿਓ। ਤਾਂ ਇਹ ਚੀਜ਼ਾਂ ਆਗੂ ਬਹੁਤ ਸਿਆਣੇ ਨੇ, ਉਹਨਾਂ ਨੂੰ ਸਮਝਣੀਆਂ ਚਾਹੀਦੀਆਂ ਨੇ ਕਿ ਕਿਵੇਂ ਏਜੰਸੀਆਂ, ਕਿਵੇਂ ਬੀਜੇਪੀ ਸਾਨੂੰ ਉਂਗਲਾਂ ਤੇ ਇਸ਼ਾਰਿਆਂ ਤੇ ਨਚਾ ਰਹੀ ਹੈ। ਕੋਈ ਸਾਡੇ ਵੱਡੇ ਪ੍ਰੋਗਰਾਮ ਨਹੀਂ ਹੋਣ ਦਿੰਦੀ। ਲੋਕਾਂ ਦਾ ਵੀ ਇਹਦੇ 'ਚ ਮਨੋਬਲ ਟੁੱਟਦਾ ਕਿ ਯਾਰ ਅਸੀਂ ਇੰਨਾ ਕੁਛ, ਹੁਣ ਕੱਲ ਵੀ ਮੈਂ ਕਿਸੇ ਵੱਡੇ ਇਕੱਠ ਤੇ ਸੀ, ਜ਼ਿਆਦਾਤਰ ਲੋਕ, ਮੈਂ ਤੁਹਾਨੂੰ ਸੱਚ ਦੱਸਦਾ ਕੈਮਰੇ ਅੱਗੇ, ਮੈਂ ਝੂਠ ਨਹੀਂ ਬੋਲੂੰਗਾ, ਪਿੰਡਾਂ ਦੇ ਲੋਕਾਂ ਦੀ ਆਵਾਜ਼ ਹੈ ਕਿ ਯਾਰ ਅਸੀਂ ਕੀ ਕਰੀਏ, ਸਾਨੂੰ ਕੋਈ ਸਿਰ ਪੈਰ ਤਾਂ ਦਿੰਦਾ ਨਹੀਂ। ਕੋਈ ਆ ਕੇ ਜਥੇਦਾਰ ਮੂਹਰੇ ਤਾਂ ਕਹਿੰਦਾ ਨਹੀਂ ਕਿ ਹਾਂ ਯਾਰ ਅਸੀਂ ਇੱਕ ਕਰੜਾ ਪ੍ਰੋਗਰਾਮ ਕਰਾਂਗੇ। ਜੇ ਕੋਈ ਜਥੇਦਾਰ ਕਹਿੰਦਾ ਵੀ ਹੈ ਕਿ ਹਾਂ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ, ਚੜੂਨੀ ਸਾਹਿਬ ਦੀ ਮੈਂ ਗੱਲ ਕਰ ਲਵਾਂ, ਤੇ ਸਾਰੇ ਜਣੇ ਆ ਜਾਂਦੇ ਆ ਉਦੋਂ ਹੀ ਦਿਵਾਲੇ ਹੋ ਕੇ ਵੀ ਨਹੀਂ ਯਾਰ ਐਦਾਂ ਨਹੀਂ ਹੋ ਸਕਦਾ, ਇਹ ਤਾਂ ਜੀ ਸਾਡੇ ਤੋਂ ਬਾਹਰ ਹੈ, ਇਹ ਤਾਂ ਜੀ ਐਦਾਂ। ਫਿਰ ਕਰਾਂਗੇ ਕੀ ਨਾ? ਤੁਸੀਂ ਸਮਝਾਓ ਤਾਂ ਸਹੀ। ਸਟੇਜਾਂ ਤੇ ਇਕੱਲੇ ਕਹਿਣ ਨਾਲ ਕੱਲੀਆਂ ਚੀਜ਼ਾਂ, ਹੁਣ ਲੋਕ ਕਹਿਣਗੇ ਕਿ ਇਹ ਸੰਯੁਕਤ ਮੋਰਚੇ ਦੇ ਉਲਟ ਚੱਲਦਾ। ਨਹੀਂ, ਐਦਾਂ ਦੀ ਗੱਲ ਨਹੀਂ, ਮੈਂ ਉਲਟ ਨਹੀਂ ਚੱਲਦਾ, ਪਰ ਸਾਨੂੰ ਕੋਈ ਨਾ ਕੋਈ ਤਾਂ ਪ੍ਰੋਗਰਾਮ
ਦੇਣਾ ਚਾਹੀਦਾ ਨਾ। ਹੁਣ ਸਟੇਜ ਤੇ ਜਦੋਂ ਜਾਂਦੇ ਆ ਬਾਈ ਜੀ, ਮੂਹਰੇ 200 ਬੰਦਾ ਵੀ ਨਹੀਂ ਬੈਠਾ ਹੁੰਦਾ। ਕਿੱਥੇ ਉਹ ਸਟੇਜ ਸੀ ਜਿੱਥੇ ਜਾਣ ਨੂੰ 1.5 ਘੰਟਾ ਲੱਗ ਜਾਂਦਾ ਸੀ। ਮੈਂ ਵੀ ਇਹ ਗੱਲ ਕਹੀ ਆ ਕਿ ਲੰਬਾ ਪੈ ਗਿਆ, ਇੱਕ ਸਿਸਟਮ ਬਣ ਗਿਆ ਕਿ ਲੋਕ ਆਈ ਜਾਂਦੇ ਨੇ, ਲੋਕ ਜਾਈ ਜਾਂਦੇ ਨੇ। ਪਰ ਸਾਨੂੰ ਹਫ਼ਤੇ ਵਾਈਜ਼, ਮਹੀਨੇ ਵਾਈਜ਼ ਕੋਈ ਤਾਂ ਉੱਥੇ ਇਕੱਠ ਵੱਡਾ ਪ੍ਰੋਗਰਾਮ ਰੱਖਣਾ ਚਾਹੀਦਾ ਨਾ। ਹੁਣ ਕੀ ਚੱਕਰ ਚੱਲ ਗਿਆ ਕਿ ਜਥੇਬੰਦੀਆਂ ਆਪਦਾ ਇੱਕ ਨਿਖਾਰ ਕਰਨ ਦੇ ਚੱਕਰ 'ਚ ਕਿ ਮੇਰੀ ਜਥੇਬੰਦੀ ਜੀ ਬਹੁਤ ਸੰਯੁਕਤ ਮੋਰਚਾ ਨੇ, ਕੇਡਰ ਮਜ਼ਬੂਤ ਕਰਦੇ ਕਰਦੇ ਆਪਦੀ ਜਥੇਬੰਦੀ 'ਚ ਆਪਦੇ ਏਰੀਏ 'ਚ ਪ੍ਰੋਗਰਾਮ ਰੱਖਦੇ ਆ, ਵੱਡੀਆਂ ਮਹਾਂ ਪੰਚਾਇਤਾਂ ਵੀ ਰੱਖਦੇ ਆ। ਕਿਉਂ ਨਹੀਂ ਕੋਈ ਲੀਡਰ ਕਹਿੰਦਾ ਕਿ ਇੱਥੇ ਪੰਜਾਬ 'ਚ ਮਹਾਂ ਪੰਚਾਇਤਾਂ ਨਾ ਰੱਖੋ, ਜੇ ਮਹਾਂ ਪੰਚਾਇਤਾਂ ਰੱਖਣੀਆਂ ਨੇ ਤਾਂ ਦਿੱਲੀ ਰੱਖੋ, ਸ਼ੰਭੂ ਬੈਰੀਅਰ ਤੇ ਰੱਖੋ, ਉੱਥੋਂ ਆਪਾਂ ਕਾਫਲਾ ਲੈ ਕੇ ਚੱਲੀਏ। ਇੱਥੇ ਤਾਂ ਲੋਕ ਗੱਲਾਂ ਸੁਣੀ ਜਾਂਦੇ ਆ, ਇੱਥੇ ਤਾਂ ਲੀਡਰ ਵੀ ਬਹੁਤ ਬੋਲੀ ਜਾਂਦੇ ਆ, ਟੀਵੀ ਤੋਂ ਵੀ ਲੋਕਾਂ ਨੇ ਸੁਣ ਲੈਣਾ। ਇੱਥੇ ਇਕੱਠ ਕਰਨ ਦਾ ਮੈਨੂੰ ਇਹ ਚੀਜ਼ ਦੱਸੋ ਕਿ ਫਾਇਦਾ ਕੀ ਹੈ? ਇਕੱਠ ਸਾਨੂੰ ਚਾਹੀਦਾ ਦਿੱਲੀ ਇਕੱਠ ਹੁੰਦਾ ਨਹੀਂ। ਹੁਣ ਇੱਕ ਜਥੇਬੰਦੀ ਹੈ ਟਿੱਕਰੀ, ਉਹ ਲੋਕ ਬੈਠੇ ਐ ਤੇ ਉਹ ਡਟੇ ਬੈਠੇ ਐ। ਕਿੱਥੇ ਇੱਕ ਜਥੇਬੰਦੀ ਤੇ ਕਿੱਥੇ 31 ਜਥੇਬੰਦੀਆਂ। 31 ਜਥੇਬੰਦੀਆਂ ਦੇ ਇੱਕ ਜਥੇਬੰਦੀ ਇਕੱਲੀ ਅਗਰਾਹਾਂ ਸਾਹਿਬ ਦੀ ਬਰਾਬਰ ਹੈ। ਤੇ ਮੈਂ ਇਹ 200% ਗਾਰੰਟੀ ਨਾਲ ਕਹਿੰਦਾ ਕਿ ਜਿੱਦਣ ਕੋਈ ਐਕਸ਼ਨ ਹੋਊਗਾ, ਜਿੱਦਣ ਕੋਈ ਵੱਡੀ ਚੀਜ਼ ਵਾਪਰੂਗੀ, ਉਹ ਉਸ ਜਥੇਬੰਦੀ ਤੋਂ ਮੈਨੂੰ ਆਸ ਹੈ ਕਿ ਉਹੀ ਲੋਕ ਨੇ ਜਿਹੜੇ ਅੜ ਕੇ ਮੂਹਰੇ ਖੜਨਗੇ। ਇਹ ਜਿਹੜੇ ਸਾਡੇ ਭਰਾ, ਬਾਕੀ ਜਿਹੜੇ ਬਜ਼ੁਰਗ ਸਾਡੇ ਜਥੇਬੰਦੀਆਂ ਵਾਲੇ ਆਗੂ ਨੇ, ਇਹਨਾਂ ਨੂੰ ਵੀ ਤਾਲਮੇਲ ਬਿਠਾ ਕੇ ਕੋਈ ਨਾ ਕੋਈ ਨੌਜਵਾਨੀ ਨੂੰ ਵੀ ਧਿਆਨ 'ਚ ਰੱਖਦੇ ਹੋਏ ਪ੍ਰੋਗਰਾਮ ਦੇਣਾ ਚਾਹੀਦਾ। ਤੁਸੀਂ ਇਹ ਨਹੀਂ ਹੈਗਾ ਕਿ ਨੌਜਵਾਨੀ ਨੂੰ ਬਿਲਕੁਲ ਇਗਨੋਰ ਹੀ ਕਰ ਦਿਓ। ਇਕੱਲਾ ਤੁਹਾਡੇ ਕੇਡਰ ਦੀ ਨੌਜਵਾਨੀ ਤੁਹਾਡੇ ਨਾਲ ਨਹੀਂ ਜੁੜੀ ਹੋਈ, ਪੂਰਾ ਪੰਜਾਬ ਤੁਹਾਡੇ ਨਾਲ ਜੁੜਿਆ, ਵਿਦੇਸ਼ਾਂ 'ਚੋਂ ਵੀ ਲੋਕ ਜੁੜੇ ਨੇ। ਕੋਈ ਨਾ ਕੋਈ 3 ਘਟਨਾਵਾਂ ਪਿਛਲੀਆਂ ਹੋ ਗਈਆਂ, ਅਸੀਂ ਕੀ ਕੀਤਾ? ਠੀਕ ਹੈ, ਅਸੀਂ ਕਾਲ ਦੇ ਦਿੰਦੇ ਹਾਂ ਕਿ ਭਾਰਤ ਬੰਦ ਹੈ ਜੀ। ਹੁਣ ਤਾਂ ਤੁਸੀਂ ਦੇਖਿਆ ਹੋਣਾ ਕਿ ਲੋਕ ਅਗੇਂਸਟ ਹੁੰਦੇ ਨਜ਼ਰ ਆ ਰਹੇ, ਲੋਕ ਵਿਰੋਧ ਕਰਦੇ ਨਜ਼ਰ ਆ ਰਹੇ। ਪਿਛਲੇ ਸਾਲ ਤੋਂ 4-5 ਵਾਰੀ ਭਾਰਤ ਬੰਦ ਹੋ ਲਿਆ, ਐਤਕੀ ਸਭ ਤੋਂ ਵੱਧ ਘਟਨਾਵਾਂ ਆਈਆਂ ਨੇ ਕਿ ਲੋਕ ਕਹਿਣ ਲੱਗੇ ਯਾਰ ਹੁਣ ਤਾਂ ਇਹਦਾ ਤੀਜੇ ਦਿਨ ਦਾ ਹੀ ਕੰਮ ਹੋ ਗਿਆ। ਸਾਨੂੰ ਕੋਈ ਨਾ ਕੋਈ ਐਸੀ ਕਾਲ ਦੇਣੀ ਚਾਹੀਦੀ ਹੈ, ਜਿਹੜੇ ਲੋਕ ਸਾਡੇ ਨਾਲ ਖੈਬੜਦੇ ਨੇ ਉਹ ਸਾਡੇ ਨਾਲ ਆ ਕੇ ਖੜੇ ਹੋਣ ਕਿ ਹਾਂ ਯਾਰ ਤੁਸੀਂ ਹੱਕ ਸੱਚ ਦੀ ਗੱਲ ਕਰਦੇ ਹੋ। ਠੀਕ ਹੈ, ਬੀਜੇਪੀ ਸਾਡੀ ਸੁਣਵਾਈ ਕਰਦੀ ਹੈ ਕਿ ਨਹੀਂ ਕਰਦੀ, ਉਹ ਇੱਕ ਵੱਖ ਗੱਲ ਹੈ, ਪਰ ਸਾਨੂੰ ਆਪਣੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ। ਉਹ ਕਿਵੇਂ ਮਜ਼ਬੂਤ ਹੋਊਗੀ? ਨੌਜਵਾਨੀ ਤੇ ਵਾਰ-ਵਾਰ ਆਉਂਦੇ ਆ, ਲੋਕਾਂ ਤੇ ਵਾਰ-ਵਾਰ ਆਉਂਦੇ ਆ। ਲੋਕ ਤਾਂ ਤੁਹਾਡੇ ਤੇ ਡਾਊਟਡ ਹੋਏ ਆ, ਸਵਾਲ ਕਰਦੇ ਆ ਕਿ ਯਾਰ ਪਤਾ ਨਹੀਂ ਕੋਈ ਪ੍ਰੋਗਰਾਮ ਦੇਣਗੇ, ਕੋਈ ਨਹੀਂ ਦੇਣਗੇ, ਜੇ ਦੇਣਗੇ ਵੀ ਤਾਂ ਕਿਹਾ ਜਾ ਦੇਣਗੇ। ਪਿਛਲੀਆਂ 3 ਘਟਨਾਵਾਂ ਸਿੱਧਾ ਸਾਡੇ ਕੋਲ ਮੌਕਾ ਸੀ ਕਿ ਬੰਦੇ ਨੇ ਸਿੱਧੀ ਲਿਆ ਕੇ ਇੱਕ, ਜੇ ਕਹਿ ਦਈਏ ਵੀ ਟੈਰਰਿਸਟ ਜਿਵੇਂ ਆਏ ਕਿ ਗੱਡੀਆਂ ਲਿਆ ਕੇ ਕਾਫਲੇ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਚੜਾਤੀਆਂ ਲਿਆ ਕੇ। ਅਸੀਂ ਕੋਈ ਵੱਡਾ ਐਕਸ਼ਨ ਨਹੀਂ ਕਰ ਸਕੇ। ਠੀਕ ਹੈ, ਪੈਸੇ ਵੀ ਦਵਾਤੇ, ਪੈਸਾ ਕਦੇ ਵੀ ਬੰਦੇ ਦੀ ਥਾਂ ਨਹੀਂ ਲੈ ਸਕਦਾ, ਨੌਕਰੀਆਂ ਵੀ ਦਵਾਤੀਆਂ, ਪਰ ਸਾਡੇ ਕੋਲੇ ਐਜ਼ ਐਨ ਅੰਦੋਲਨਕਾਰੀ ਇੱਕ ਵੱਡਾ ਮੌਕਾ ਸੀ ਕਿ ਆਹ ਦੇਖੋ ਜੀ ਤੁਹਾਡੇ ਬੰਦਿਆਂ ਨੇ ਸਾਡੇ ਨਾਲ ਕੀ ਕੀਤਾ। ਅਸੀਂ ਇੱਕ ਵੱਡੇ ਯੂਪੀ 'ਚ ਹੀ ਇਕੱਠ ਕਰ ਲੈਂਦੇ। ਮੰਨ ਲਓ ਯੂਪੀ 'ਚ ਵੜਨ ਨਹੀਂ ਦਿੱਤਾ ਤਾਂ ਬਾਰਡਰ ਤੇ ਕਹਿ ਦਿੰਦੇ ਵੀ ਇੱਥੇ ਜਦ ਤੱਕ ਸਾਨੂੰ ਵੜਨ ਨਹੀਂ ਦਿੰਦਾ ਸਾਰਾ ਪੰਜਾਬ ਆ ਕੇ, ਹਰਿਆਣਾ ਆ ਕੇ ਬਹਿ ਜਾਵੇ। ਸੋ ਲੋੜ ਹੈ, ਹੋ ਸਕਦਾ ਮੇਰੀਆਂ ਇਹ ਗੱਲਾਂ ਕਈ ਲੋਕਾਂ ਨੂੰ ਚੰਗੀਆਂ ਨਾ ਵੀ ਲੱਗਣ, ਪਰ ਸੱਚ ਇਹੀ ਹੈ ਜਿਹੜਾ ਆਪਾਂ ਆਪਣੇ ਸਰਕਲਾਂ 'ਚ, ਆਪਣੀਆਂ ਮਹਿਫਲਾਂ 'ਚ, ਆਪਣੇ ਦੋਸਤਾਂ ਨਾਲ, ਕਿਉਂਕਿ ਅਸੀਂ ਫਿਕਰਮੰਦ ਹਾਂ ਕਿਸਾਨੀ ਸੰਘਰਸ਼ ਦੇ ਲਈ, ਡਿਸਕਸ ਕਰਦੇ ਹਾਂ ਕਿ ਹੁਣ ਤਾਂ ਯਾਰ ਪਤਾ ਨਹੀਂ ਕੀ ਬਣੂਗਾ। ਸੋ ਮੈਂ ਬੇਨਤੀ ਕਰਦਾ ਕਿ ਅਸੀਂ ਸੰਯੁਕਤ ਮੋਰਚੇ ਤੋਂ ਬਾਹਰ ਨਹੀਂ ਹੈਗੇ। ਸਾਡੇ ਆਗੂ ਨੇ, ਸਾਨੂੰ ਉਹਨਾਂ ਤੇ ਬਹੁਤ ਮਾਣ ਹੈ, ਅਸੀਂ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਹਾਂ। ਪਰ ਤੁਸੀਂ ਨੌਜਵਾਨਾਂ ਦੀ ਭਾਵਨਾ ਸਮਝਦੇ ਹੋਏ ਵੀ ਕੋਈ ਨਾ ਕੋਈ ਪ੍ਰੋਗਰਾਮ ਦਿਓ ਨਾ। ਜਦੋਂ ਨੌਜਵਾਨਾਂ ਤੋਂ ਕੋਈ ਗਲਤੀ ਹੋ ਜਾਂਦੀ ਹੈ, ਜਦ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਨਹੀਂ ਹੈਗੇ ਜੀ, ਇਹ ਤਾਂ ਜੀ ਹੁੱਲੜਬਾਜ਼ ਨੇ, ਤਾਂ ਹੁਣ ਇਹ ਵੀ ਭਾਵਨਾ ਸਮਝੋ ਵੀ ਇਹ ਉਹੀ ਨੌਜਵਾਨੀ ਪੰਜਾਬ ਦੀ ਤੁਹਾਨੂੰ ਅਪੀਲ ਕਰ ਰਹੀ ਹੈ, ਜਿਹੜੀ ਇੱਥੋਂ ਤੁਹਾਨੂੰ, ਮੈਂ ਇਸ ਮੌਕੇ ਤੇ ਇੱਥੇ ਸੀ ਜਿੱਥੇ ਆਪਾਂ ਖੜੇ ਆ, 300 ਟਰਾਲੀ ਜਦੋਂ ਲੰਘੀ, ਲੋਕਾਂ ਨੇ, ਨੌਜਵਾਨਾਂ ਨੇ ਬੈਰੀਗੇਡ ਪੱਟ ਕੇ ਸਿੱਟੇ, 300 ਟਰਾਲੀ ਜਦੋਂ ਲੰਘੀ, ਆਗੂ ਪਿੱਛੋਂ ਆਏ ਨੇ, ਆਗੂਆਂ ਨੇ ਪਿੱਛੋਂ ਜਾ ਕੇ ਮੌਕਾ ਸਾਂਭਿਆ। ਫਿਰ ਵੀ ਅਸੀਂ ਉਹਨਾਂ ਨੂੰ ਸਤਿਕਾਰ ਦਿੱਤਾ ਕਿ ਤੁਸੀਂ ਸਾਡੇ ਵੱਡੇ ਹੋ, ਖੇਤਾਂ ਦੀ ਲੜਾਈ ਲੜਦੇ ਹੋ, ਤੁਸੀਂ ਹੀ ਸਭ ਕੁਝ ਸੰਭੋਗੇ। ਇਹ ਨਹੀਂ ਕਿ ਅਸੀਂ ਉੱਥੇ ਲੀਡਰ ਬਣਨ ਗਏ ਆ, ਚੌਧਰ ਕਰਨ ਗਏ ਆ। ਪਰ ਅੱਜ ਉਹੀ ਨੌਜਵਾਨੀ ਤੁਹਾਨੂੰ ਕਹਿ ਰਹੀ ਹੈ ਕਿ ਕੋਈ ਨਾ ਕੋਈ, ਅਸੀਂ ਲੜ ਨਹੀਂ ਸਕਦੇ, ਅਸੀਂ ਡਰਾ ਤਾਂ ਸਕਦੇ ਹੀ ਆ ਨਾ, ਅਸੀਂ ਡਰਾਬਾ ਤਾਂ ਦੇ ਹੀ ਸਕਦੇ ਆ। ਕੋਈ ਵੱਡਾ ਇਕੱਠ ਤੁਸੀਂ ਅਨਾਉਂਸ ਕਰ ਦਿਓ। ਤਾਂ ਇਹ ਮੇਰੀਆਂ ਭਾਵਨਾਵਾਂ ਨੇ ਤੇ ਇਹੀ ਬੇਨਤੀਆਂ ਨੇ, ਖਾਸ ਕਰਕੇ ਪੰਜਾਬ ਦੀ ਨੌਜਵਾਨੀ ਨੂੰ, ਕਿ ਆਪਾਂ ਵੀ ਆਪਣਾ ਫਰਜ਼ ਸਮਝਦੇ ਹੋਏ ਜ਼ਰੂਰ ਦਿੱਲੀ ਦੀਆਂ ਸਰਹੱਦਾਂ ਵੱਲ ਜਾਈਏ। ਕਿਉਂਕਿ ਇਹ ਜਿਹੜੇ ਕਾਨੂੰਨ ਨੇ, ਇਹ ਕਿਸੇ ਆਗੂ ਦੇ ਨਹੀਂ, ਕਿਸੇ ਜਥੇਬੰਦੀ ਦੇ ਨਹੀਂ, ਇਹ ਸਾਡੇ ਆਪਦੀਆਂ ਜ਼ਮੀਨਾਂ ਤੇ ਇਹਨਾਂ ਕਾਨੂੰਨਾਂ ਨੇ ਫਰਕ ਪਾਉਣਾ ਹੈ। ਸੋ ਜ਼ਿੰਮੇਵਾਰੀ ਸਾਡੀ ਆਪਦੀ ਹੈ। ਆਪਾਂ ਜਿਵੇਂ ਪਹਿਲਾਂ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਗਏ ਸੀ, ਪ੍ਰੋਗਰਾਮ, ਮੈਨੂੰ ਪਤਾ ਅੰਦੋਲਨਾਂ ਦੇ ਵਿੱਚ ਬਹੁਤ ਮੈਟਰ ਕਰਦੇ ਆ ਕਿ ਪ੍ਰੋਗਰਾਮ ਹੀ ਅੰਦੋਲਨ ਦੀ ਰੂਪਰੇਖਾ ਤੈਅ ਕਰਦੇ ਆ ਤੇ ਰੂਪਰੇਖਾ ਬਦਲਦੇ ਆ। ਅਸੀਂ ਜਦੋਂ ਉੱਥੇ ਵੱਡਾ ਇਕੱਠ ਕਰਕੇ ਲੈ ਕੇ ਜਾਵਾਂਗੇ ਤਾਂ ਉਹਨਾਂ ਨੂੰ ਵੀ ਲੱਗੂਗਾ ਕਿ ਲੋਕ ਆ ਕੇ ਪਿੱਛੋਂ ਖੜਦੇ ਆ, ਅਸੀਂ ਕੋਈ ਵੱਡਾ ਪ੍ਰੋਗਰਾਮ ਲਿਖੀਏ। ਸੋ ਮੇਰੀ ਸਾਰਿਆਂ ਵੀਰਾਂ ਨੂੰ ਇਹ ਬੇਨਤੀ ਹੈ, ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਆਹ ਫਸਲ ਤੋਂ ਵਿਹਲੇ ਹੋ ਜਾਓ, ਦੁਬਾਰੇ ਇੱਕ ਵੱਡਾ ਕਾਫਲਾ ਲੈ ਕੇ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਚਾਲੇ ਪਾਈਏ। ਜਸ, ਕੀ ਸਿਆਸਤ ਦਾ ਲੱਗਦਾ ਹੈ ਬਦਲਾਅ ਦੀ ਗੱਲ ਕਰਦੇ ਹੋ ਤੁਸੀਂ, ਉਮੀਦ ਗੱਲ ਕਰਦੇ ਹੋ ਨੌਜਵਾਨਾਂ ਤੋਂ, ਜਸ ਵੀ ਸਿਆਸਤ ਵੱਲ ਨਜ਼ਰ ਆਉਂਦੇ ਨੇ, ਇੱਛਾ ਰੱਖਦੇ ਨੇ,
ਤੇ ਕੋਈ ਲੱਭ ਲਿਆ, ਕੋਈ ਪਾਰਟੀ ਲੱਭ ਲਈ, ਜਾਂ ਕੋਈ ਜਿਹੜੀ ਕਿਸਾਨ ਚੜੂਨੀ ਸਾਹਿਬ ਬਣਾਉਂਦੇ ਨਜ਼ਰ ਆ ਰਹੇ ਨੇ ਉਧਰ ਵੱਲ ਜਾਓਗੇ? ਨਹੀਂ, ਸਿਆਸਤ ਦੀ ਸਮਝ ਤਾਂ ਮੈਨੂੰ ਲੱਗਦਾ ਕਿ ਸਾਡਾ ਨਿਘਾਰ ਹੀ ਇਸ ਕਰਕੇ ਆਇਆ ਕਿ ਜਿਆਦਾ ਲੋਕ ਸਿਆਸਤ ਤੋਂ ਪਿੱਛੇ ਹਟਣਾ ਸ਼ੁਰੂ ਹੋ ਗਏ। ਸਿਆਸਤ ਇੱਕ ਮਤਲਬ ਇੱਕ ਐਸੀ ਇੱਕ ਮਾੜੀ ਚੀਜ਼ ਬਣ ਗਈ, ਲੋਕ ਆਪਦੇ ਘਰਾਂ 'ਚ ਗੱਲ ਵੀ ਨਹੀਂ ਕਰਦੇ। ਅਗਲਾ ਕਹਿੰਦਾ ਯਾਰ ਇਹ ਤਾਂ ਛੱਡੋ, ਇਹਨਾਂ ਦੀ ਕੀ ਗੱਲ ਕਰਨੀ ਹੈ। ਮਤਲਬ ਇੰਨੀ ਕਿੱਥੇ ਸਿਆਸੀ ਲੋਕਾਂ ਦਾ ਉਹ ਰੁਤਬਾ ਹੁੰਦਾ ਸੀ ਕਿ ਲੋਕ ਇਹਨਾਂ ਨੂੰ ਰਾਹ ਛੱਡਦੇ ਹੁੰਦੇ ਸੀ ਕਿ ਹਾਂ ਯਾਰ ਸਾਡਾ ਆਗੂ, ਸਾਡਾ ਲੀਡਰ ਆ ਰਿਹਾ। ਜਿੱਧਰ ਨੂੰ ਲੀਡਰ ਚੱਲ ਪੈਂਦਾ ਸੀ ਲੋਕ ਉਧਰ ਨੂੰ ਹੀ ਉਹਦੇ ਪਿੱਛੇ ਚੱਲ ਪੈਂਦੇ ਸੀ। ਅੱਜ ਕੱਲ੍ਹ ਚੀਜ਼ਾਂ ਬਦਲ ਗਈਆਂ। ਪੰਜਾਬ ਦਾ ਦੁਖਾਂਤ ਇਹ ਰਿਹਾ ਕਿ ਇੱਥੇ ਲੁੱਟਣ ਵਾਲੇ ਬਹੁਤ ਆਏ, ਪੰਜਾਬ ਨੂੰ ਪੁੱਟਣ ਵਾਲੇ ਬਹੁਤ ਆਏ, ਪਰ ਪੰਜਾਬ ਦਾ ਰਾਖਾ ਬਣਨ ਦੀ ਕੋਸ਼ਿਸ਼ ਬਹੁਤ ਨੇ ਕੀਤੀ ਕਿ ਅਸੀਂ ਮਸੀਹੇ ਆ ਪੰਜਾਬ ਦੇ, ਪਰ ਅੰਦਰੋਂ ਦਿਲੋਂ ਪੰਜਾਬ ਦੀ ਰੱਖਿਆ, ਪੰਜਾਬ ਲਈ ਖੜਿਆ ਕੋਈ ਵੀ ਨਹੀਂ। ਇਹ ਤਰਾਸਦੀ ਆ। ਕਿੰਨੇ ਲੱਖਾਂ ਕਰੋੜਾਂ ਦਾ ਕਰਜ਼ਾ ਪਿਛਲੇ ਦਿਨਾਂ 'ਚ ਮੈਂ ਅੰਕੜੇ ਪੜ੍ਹ ਰਿਹਾ ਸੀਗਾ ਕਿ ਪਿਛਲੇ 20 ਕੁ ਸਾਲਾਂ 'ਚ ਹੀ ਇੰਨਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਗਿਆ ਕਿ ਅੱਜ ਹਰ ਇੱਕ ਬੰਦਾ ਕਰਜ਼ਾਈ ਹੈ। ਉਹ ਦੇਣਾ ਕਿਹਨੇ ਹੈ? ਲੋਕਾਂ ਨੂੰ ਲੱਗੀ ਜਾਂਦਾ ਕਿ ਸਰਕਾਰਾਂ ਦਾ ਕੰਮ ਹੈ। ਨਹੀਂ, ਸਰਕਾਰਾਂ ਦਾ ਕੰਮ ਨਹੀਂ, ਉਹ ਸਾਡੀਆਂ ਜੇਬਾਂ 'ਚੋਂ ਜਾਣਾ ਹੈ। ਸੋ ਮੈਂ ਕਾਮਨਾ ਕਰਦਾ ਕਿ ਇਸ ਅੰਦੋਲਨ ਨੇ ਬਹੁਤ ਕੁਝ ਚੇਂਜ ਕੀਤਾ ਹੈ, ਨੌਜਵਾਨੀ ਨੂੰ ਖਾਸ ਕਰਕੇ। ਕੋਈ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਊਗਾ, ਤੁਸੀਂ ਉਹਨੂੰ ਟੱਲੀ ਵਾਂਗੂ ਟਣਕਾਓ। ਜੇ ਅੱਜ ਦੀ ਡੇਟ 'ਚ ਕਹਿ ਦਈਏ ਪੰਜਾਬ 'ਚ ਬਹੁਤ ਮੁੱਦੇ ਚਲੇ ਜਾਂਦੇ ਨੇ, ਰੋਜ਼ ਨਿੱਤ ਨਵਾਂ ਫਰੰਟ ਖੁੱਲਦਾ ਵੀ ਆਹ ਤੀਜਾ ਫਰੰਟ ਆ, ਚੌਥਾ ਫਰੰਟ। ਫਰੰਟਾਂ ਨਾਲ ਕੁਝ ਵੀ ਨਹੀਂ ਹੋਣਾ। ਚੜੂਨੀ ਸਾਹਿਬ ਖੋਲਦੇ ਨਜ਼ਰ ਆ ਰਹੇ ਨੇ। ਹਾਂਜੀ, ਮੈਂ ਇਹੀ ਗੱਲ ਕਹਿਣਾ ਕਿ ਫਰੰਟਾਂ ਨਾਲ ਕੁਝ ਨਹੀਂ ਹੋਣਾ। ਤੁਸੀਂ ਜਿਹੜੇ ਆਗੂ ਚੁਣੋਗੇ ਆਪਦੇ ਹਲਕੇ 'ਚੋਂ, ਉਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰੋ ਕਿ ਭਾਈ ਤੂੰ ਕੀ ਕਰੇਂਗਾ? ਤੇਰੇ ਮੈਨੀਫੈਸਟੋ 'ਚ ਹਲਕੇ ਲਈ, ਸਾਡੇ ਲਈ, ਖੇਤਾਂ ਲਈ, ਐਮਪਲੋਇਮੈਂਟ ਲਈ ਕੀ ਹੈ? ਤੂੰ ਅੱਗੇ ਜਾ ਕੇ ਸਾਡੀ ਆਵਾਜ਼ ਰੱਖੇਂਗਾ ਕਿ ਨਹੀਂ ਰੱਖੇਂਗਾ? ਨਾ ਕਿ ਆਪਾਂ ਇਹ ਗੱਲ ਕਹੀਏ ਕਿ ਬਾਈ ਤੂੰ ਐਮਐਲਏ ਬਣ ਜਾ, ਮੇਰਾ ਤੇ ਮੇਰੇ ਚਾਚੇ ਦੇ ਮੁੰਡੇ ਦਾ ਆਲ ਇੰਡੀਆ ਲਾਇਸੈਂਸ ਬਣਾ ਦੀ, ਆਹ ਫਲਾਣਾ ਪਰਚਾ ਚੱਲਦਾ ਹੈ ਇਹਨੂੰ ਰੱਦ ਕਰਾ ਦੀ। ਇੱਥੇ ਆ ਕੇ ਅਸੀਂ ਵੀ ਮਾਰ ਖਾ ਜਾਂਦੇ ਹਾਂ। ਮੈਂ ਤਾਂ ਹਮੇਸ਼ਾ ਕਹਿਣਾ ਹੁੰਦਾ ਕਿ ਬਰਾਬਰ ਤੇ ਦੋਸ਼ੀ ਕਿਤੇ ਨਾ ਕਿਤੇ ਇਕੱਲੇ ਲੀਡਰ ਵੀ ਨਹੀਂ, ਅਸੀਂ ਵੀ ਹਾਂ। ਅਸੀਂ ਵੀ ਥੋੜੀ ਜਿਹੀ ਪਾਲਿਸ਼ ਤੇ ਵੱਧ ਹੋਏ ਅੱਜ ਕੱਲ੍ਹ ਕਿ ਮੇਰਾ ਆਹ ਨਾਲ ਦਾ ਹੈ, ਮੇਰੇ ਇਹਦੇ ਤੱਕ ਪਹੁੰਚ ਹੈ। ਇਹ ਚੀਜ਼ਾਂ ਚੋਂ ਨਿਕਲ ਕੇ ਜਿਹੜਾ ਉਹਨਾਂ ਦਾ ਕੰਮ ਆ, ਆਪਾਂ ਨੂੰ ਉਹਨਾਂ ਨੂੰ ਉਹ ਕਰਨ ਦਈਏ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਕਾਮਨਾ ਕਰੀਏ। ਕੋਈ ਵੀ ਤੁਸੀਂ ਇਸ ਵਾਰ ਨੁਮਾਇੰਦਾ ਚੁਣਨਾ ਹੋਵੇ ਤਾਂ ਆਪਦਾ ਉਹ ਬੰਦਾ ਚੁਣਿਓ ਕਿ ਜਿਹਦੇ ਤੇ ਤੁਹਾਨੂੰ ਮਾਣ ਹੋਵੇ ਕਿ ਹਾਂ ਇਹ ਸਾਡੇ ਹਲਕੇ ਦੀ ਗੱਲ ਜਾ ਕੇ ਕਰੂਗਾ। ਕਿਸੇ ਵੀ ਪਾਰਟੀ ਜੱਸ ਨੇ ਮਨ ਬਣਾਇਆ ਕਿ ਨਹੀਂ ਬਣਾਇਆ, ਸਮਰਾਲਾ ਜਾਂ ਮੋਹਾਲੀ? ਦੇਖੋ, ਹਰੇਕ ਚੈਨਲ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਤੇ ਕਿ ਹਰਫ ਵੀ ਚੱਲਿਆ ਅੰਦੋਲਨ ਦੇ ਵਿੱਚ, ਕਨਵਰ ਵੀ ਚੱਲਿਆ, ਜਿਹਨੂੰ ਜਿਆਦਾ ਤਿੰਨ ਸਾਡੇ ਸਾਹਮਣੇ ਆਉਂਦੇ ਆ, ਹੋਰ ਵੀ ਬੜੇ ਬਾਬਾ ਵੀ ਚੱਲੇ ਆ। ਤੇ ਮੇਰੇ ਤੇ ਹੀ ਕਿਉਂ ਇਹ ਟੈਗ ਲੱਗਦਾ ਕਿ ਜੱਸ ਨੇ ਹੀ ਇਲੈਕਸ਼ਨ ਲੜਨੀ ਆ? ਮੁਲਾਕਾਤ ਸਭ ਤੋਂ ਪਹਿਲਾਂ ਜੱਸ ਜਦੋਂ ਆਉਂਦੇ ਨੇ ਤਾਂ ਉਦੋਂ ਗੁਰਪ੍ਰੀਤ ਜੀਬੀ ਨਾਲ ਹੁੰਦੇ ਨੇ। ਜੋ ਪਹਿਲੇ ਦਿਨ ਕਾਂਗਰਸ ਦਾ ਵੱਡਾ ਇਕੱਠ ਹੁੰਦਾ ਹੈ, ਫਿਰ ਚਰਨਜੀਤ ਚੰਨੀ ਨਾਲ ਬੜੀ ਨੇੜਤਾ ਹੁੰਦੀ ਹੈ। ਜੱਸ ਆਪ ਵੀ ਕਹਿੰਦੇ ਨੇ ਵੀ ਸਾਡੇ ਕਈ ਰਿਸ਼ਤੇਦਾਰ ਵੀ ਹੈਗੇ ਨੇ ਵਿੱਚ, ਤਾਂ ਕਰਕੇ ਸਵਾਲ ਛੇਤੀ ਛੇਤੀ ਖੜੇ ਹੁੰਦੇ ਆ। ਨਹੀਂ ਬਾਈ ਜੀ, ਮੁੱਖ ਮੰਤਰੀ ਚੰਨੀ ਸਾਹਿਬ ਸਾਡੇ ਹਲਕੇ ਪੰਜਾਬ ਦੇ ਨਵੇਂ ਬਣੇ ਆ ਤੇ ਸਾਨੂੰ ਬਹੁਤ ਮਾਣ ਹੈ। ਐਜੂਕੇਟਡ ਨੇ, ਲੋਕਾਂ 'ਚ ਵਿਚਰਦੇ ਆ। ਪੰਜਾਬ ਦੇ ਲੋਕਾਂ ਨੂੰ ਤਾਂ ਇਹੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਯਾਰ ਸਾਡਾ ਮੁੱਖ ਮੰਤਰੀ ਪੁਲੀ ਤੇ ਬਹਿ ਕੇ ਸਾਡੇ ਨਾਲ ਰੋਟੀ ਖਾਈ ਜਾਂਦਾ, ਸਾਡੇ ਮੰਜੇ ਤੇ ਬਹਿ ਗਿਆ। ਪੰਜਾਬ ਦੇ ਲੋਕ ਤਾਂ ਮਤਲਬ ਇੰਨੇ ਭੋਲੇ ਨੇ, ਉਹਨਾਂ ਨੂੰ ਇੰਨਾ ਚਾਅ ਚੜ੍ਹਦਾ ਕਿ ਯਾਰ ਉਹ ਬਸ ਹੁਣ ਛੱਡੋ, ਬਸ ਹੁਣ ਚੰਨੀ ਸਾਹਿਬ ਹੀ ਰਹਿਣਗੇ। ਤਰੱਕੀ ਹੋ ਗਈ ਆ, ਤਰੱਕੀ ਹੋ ਗਈ। ਉਹ ਕਹਿੰਦੇ ਵੀ ਅੱਛਾ ਯਾਰ ਮੁੱਖ ਮੰਤਰੀ ਮੈਨੂੰ ਆਪ। ਅਸੀਂ ਇੱਕ ਦਿਨ ਕਿਸੇ ਸੰਮੇਲਨ ਦੇ ਵਿੱਚ ਸੀਗੇ ਤੇ ਮੁੱਖ ਮੰਤਰੀ ਸਾਹਿਬ ਇਦਾਂ ਖੜੇ ਤੇ ਕਿਸੇ ਨੂੰ ਮੁੱਖ ਮੰਤਰੀ ਸਾਹਿਬ ਨੇ ਹਾਕ ਮਾਰ ਕੇ ਬੁਲਾਇਆ ਕਿ ਅੱਛਾ ਜੀਤਿਆ ਉਰੇ ਆ। ਤੇ ਉਹ ਮਤਲਬ ਬੰਦੇ ਦੇ ਮੈਂ ਰਿਐਕਸ਼ਨ ਚੈੱਕ ਕਰਦਾ ਸੀ ਵੀ ਉਹਨੂੰ ਲੱਗਿਆ ਯਾਰ ਮੁੱਖ ਮੰਤਰੀ ਪੰਜਾਬ ਮੈਨੂੰ ਹਾਕ ਮਾਰ ਕੇ। ਲੋਕ ਇੰਨੇ ਚਿਰਚੀ ਸੰਤੁਸ਼ਟ ਨੇ ਕਿ ਬਸ ਯਾਰ ਸਾਡੇ ਲਈ ਤਾਂ ਸਭ ਕੁਝ ਚੰਨੀ ਸਾਹਿਬ ਨੇ। ਪਰ ਗੱਲ ਇੱਥੇ ਆ ਕੇ ਨਹੀਂ ਮੁੱਕਦੀ। ਠੀਕ ਹੈ, ਉਹਨਾਂ ਦੀ ਇੱਕ ਭਾਵਨਾ ਹੈ, ਉਹ ਲੋਕਾਂ ਦਾ ਸਤਿਕਾਰ ਕਰਦੇ ਆ। ਸਾਡੇ ਮੁੱਦੇ ਨੇ ਪੰਜਾਬ ਦੇ, ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈ, ਰੁਜ਼ਗਾਰ ਇੱਥੇ ਹੈ ਨਹੀਂ। ਦਿਨ ਪਰ ਦਿਨ ਲੋਕ ਬਾਹਰਲੇ ਮੁਲਕਾਂ 'ਚ ਜਾਈ ਜਾਂਦੇ ਨੇ। ਆ ਮਾਨਸਾ ਬਠਿੰਡਾ ਤੋਂ ਅੱਗੇ ਕਈ ਇਲਾਕਿਆਂ 'ਚ ਰੈੱਡ ਅਲਰਟ ਪਾਣੀ ਦਾ ਹੋ ਗਿਆ ਕਿ ਤੁਸੀਂ ਬਿਲਕੁਲ ਜੇ ਇਹ ਪਾਣੀ ਪੀਓਗੇ ਤਾਂ ਇਹ ਚੀਜ਼ਾਂ ਨੇ, ਕੈਂਸਰ ਤੁਹਾਨੂੰ ਹੋਣਾ ਹੀ ਹੋਣਾ। ਇਹ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੀਆਂ ਕਰਨ ਵਾਲੀਆਂ, ਪ੍ਰਾਇਓਰਟੀ ਦੇ ਤੌਰ ਤੇ ਕਰਨਾ ਚਾਹੀਦਾ। ਕੋਈ ਵੀ ਸਰਕਾਰ ਹੋਵੇ, ਕੋਈ ਵੀ ਪਾਰਟੀ ਹੋਵੇ। ਹਾਂ, ਮੁੱਖ ਮੰਤਰੀ ਸਾਹਿਬ ਦਾ ਮੈਂ ਪਰਸਨਲ ਤੌਰ ਤੇ ਇਸ ਗੱਲੋਂ ਜ਼ਰੂਰ ਧੰਨਵਾਦ ਕਰਦਾ ਕਿ ਜਿਵੇਂ ਉਹ ਲੋਕਾਂ ਨਾਲ ਵਿਚਰਦੇ ਆ, ਜਿਵੇਂ ਮਿਲਦੇ ਆ। ਪੰਜਾਬ ਦੇ ਲੋਕਾਂ ਨੇ ਕਦੇ ਇਹ ਸੋਚਿਆ ਨਹੀਂ ਸੀ ਵੀ ਇਦਾਂ ਵੀ ਮੁੱਖ ਮੰਤਰੀ ਸਾਨੂੰ ਮਿਲਣਗੇ। 12-12 ਵਜੇ ਤੱਕ ਰਾਤ ਨੂੰ ਮੈਂ ਦੇਖਿਆ ਉਹਨਾਂ ਦੀਆਂ ਫੋਟੋਆਂ, ਉਹ ਕੰਮ ਕਰਦੇ ਆ। ਜਦੋਂ ਮੇਰੀ ਵੀ ਮਿਲਣੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਹਜ਼ਾਰਾਂ ਬੰਦਾ ਹੁੰਦਾ ਜਿਹਦਾ ਪਰਸਨਲ ਫੋਨ ਕਰਦੇ ਆ ਵੀ ਇਹਦਾ ਇੱਦਾਂ ਹੋਣਾ ਚਾਹੀਦਾ, ਇਹਦਾ ਇੱਦਾਂ ਹੋਣਾ ਚਾਹੀਦਾ। ਇੱਕ ਬੰਦਾ ਜਿੰਨਾ ਕਰ ਸਕਦਾ ਉਹ ਆਪਦੇ ਵੱਲੋਂ ਕਰ ਰਿਹਾ। ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦਾ ਤੇ ਇਹ ਵੀ ਕਲੀਅਰ ਹੈ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ। ਆਫਰ ਨਹੀਂ ਆਇਆ ਜੱਸ ਨੂੰ ਕੋਈ? ਬਹੁਤ ਆਏ ਨੇ ਆਫਰ ਤਾਂ। ਮੈਂ ਕਹਿੰਦਾ ਜਦੋਂ ਨੂੰ ਸ਼ਾਮ ਨੂੰ ਘਰੇ ਜਾਂਦਾ ਤਾਂ 3 ਬੰਦੇ ਆਫਰਾਂ ਵਾਲੇ ਬੈਠੇ ਹੀ ਹੁੰਦੇ ਆ। ਪਰ ਗੱਲ ਮੇਰੇ ਸਿਆਸਤ 'ਚ ਆਉਣ ਨਾਲ, ਮੈਂ ਸਿਆਸਤ ਤੋਂ ਕਦੇ ਵੀ ਨਹੀਂ ਭੱਜਿਆ। ਇੱਕ ਚੰਗੇ ਸਮਾਜ ਦੀ ਕਲਪਨਾ ਕਰਨ ਲਈ ਜੇ ਸਿਆਸਤ 'ਚ ਆ ਕੇ ਉਹ ਚੀਜ਼ਾਂ ਹੋ ਸਕਦੀਆਂ ਨੇ, ਕਿਉਂਕਿ
ਧੁਰ ਹੈ ਜਿਹੜਾ ਉਹ ਸਿਆਸਤ ਤੋਂ ਹੀ ਚੱਲਣਾ ਹੈ। ਪੰਜਾਬ ਸਿਆਸੀ ਸਰਕਾਰ ਨੇ ਹੀ ਚਲਾਉਣਾ ਹੈ ਤੇ ਤੁਹਾਨੂੰ ਸਰਕਾਰ ਦਾ ਪਾਰਟ ਬਣ ਕੇ ਵਿੱਚ ਵੜ ਕੇ ਹੀ ਸਫਾਈ ਕਰਨੀ ਪੈਣੀ ਆ। ਨੌਜਵਾਨੀ ਨੂੰ ਅਵੇਅਰ ਹੋਣਾ ਚਾਹੀਦਾ। ਜੇ ਮੇਰੇ ਆਉਣ ਨਾਲ ਨੌਜਵਾਨੀ ਅਵੇਅਰ ਹੁੰਦੀ ਹੈ ਜਾਂ ਮੈਂ ਕਿਸੇ ਪੰਜਾਬ ਲਈ ਮੈਂ ਕੁਝ ਕਰ ਸਕਦਾ ਤਾਂ ਮੈਂ ਡੈਫੀਨੇਟਲੀ ਆਊਂਗਾ, ਪਰ ਮੈਂ ਉਦੋਂ ਆਊਂਗਾ ਜਦੋਂ ਮੈਨੂੰ ਲੱਗੂਗਾ ਕਿ ਹਾਂ ਇਹ ਲੋਕ ਨੇ ਜਿਹੜੇ ਇਹ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ, ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਆ, ਸਾਡੇ ਸੱਭਿਆਚਾਰ ਦੀ ਗੱਲ ਕਰਦੇ ਆ, ਸਾਡੇ ਵਾਤਾਵਰਨ ਦੀ ਗੱਲ ਕਰਦੇ ਆ, ਨਾ ਕਿ ਉਹ ਗੱਲਾਂ ਕਰਦੇ ਆ ਵੀ ਜੀ ਫਲਾਣਾ ਜੀ ਜੇ ਮੈਂ ਆ ਗਿਆ ਜੀ ਆਹ ਚੀਜ਼ਾਂ ਤੁਹਾਡੀਆਂ ਫ੍ਰੀ, ਆਹ ਚੀਜ਼ਾਂ ਫ੍ਰੀ, ਐਂ ਕਰ ਦਿਆਂਗੇ। ਲੋਕਾਂ ਨੂੰ ਕਾਬਲ ਬਣਾਉਣ ਦੀ ਗੱਲ ਕਰਦੇ ਆ। ਤੇ ਜਦੋਂ ਕੋਈ ਇੱਦਾਂ ਦੇ ਲੋਕ ਮੈਨੂੰ ਲੱਗੂਗਾ ਕਿ ਹਾਂ ਇਹ ਮੇਰੀ ਮਤਲਬ ਦੀ ਗੱਲ ਕਰਦੇ ਤਾਂ ਮੈਂ ਡੈਫੀਨੇਟਲੀ ਆਊਂਗਾ। ਪਰ ਇਹ ਨਹੀਂ ਹੈਗਾ ਕਿ ਮੈਂ ਇਸ ਵਾਰੀ ਆਊਂਗਾ ਇਦੋਂ ਅਗਲੀ ਵਾਰੀ ਆਊਂਗਾ। ਇਹ ਜਦੋਂ ਵੀ ਉਹ ਲੋਕ ਆਉਣਗੇ, ਹੋ ਸਕਦਾ ਕੱਲ੍ਹ ਨੂੰ ਕੋਈ ਐਸਾ ਫਰੰਟ ਬਣ ਜੇ, ਪਰ ਫਰੰਟ ਤਾਂ ਨਿੱਤ ਨਵਾਂ ਪੰਜਾਬ 'ਚ ਬਣਦਾ ਹੈ। ਚੰਗੇ ਨੇ ਲੋਕ ਉਹ ਵੀ ਜਿਹੜੇ ਪੰਜਾਬ ਲਈ ਇੰਨੇ ਫਿਕਰਮੰਦ ਨੇ, ਸੋਚਦੇ ਨੇ। ਪਰ ਮੈਨੂੰ ਇਹ ਲੱਗੂਗਾ ਕਿ ਹਾਂ ਕਈ ਲੋਕਾਂ ਦਾ ਸੁਮੇਲ ਹੋ ਗਿਆ। ਇਕੱਲਾ ਬੰਦਾ ਵੀ ਕਦੇ ਕੁਝ ਨਹੀਂ ਕਰ ਸਕਦਾ। ਜੇ ਅੱਜ ਮੈਂ ਕਹਿੰਦਾ ਮੈਂ ਪੰਜਾਬ ਦੀ ਗੱਲ ਕਰਦਾ, ਮੈਂ ਇਕੱਲਾ ਫਰੰਟ ਬਣਾ ਦੇਵਾਂ ਤੇ ਮੈਂ ਇਕੱਲਾ ਵੀ ਨਹੀਂ ਕੁਝ ਕਰ ਸਕਦਾ। ਜਦੋਂ ਲੋਕ ਜੁੜਨਗੇ, ਇਕੱਠੇ ਹੋਣਗੇ, ਕਈ ਚੀਜ਼ਾਂ ਤੇ ਸਹਿਮਤੀ ਕਰਨਗੇ ਤਾਂ ਡੈਫੀਨੇਟਲੀ ਸਾਡੀ ਜਿੱਥੇ ਸੇਵਾ ਲਾਈ ਜਾਊਗੀ ਅਸੀਂ ਵੀ ਨਾਲ ਚੱਲਾਂਗੇ। ਸੋ ਸੰਜੀਦਾ ਹੋਣ ਦੀ ਲੋੜ ਹੈ। ਇਸ ਵਕਤ ਮੁੱਦਿਆਂ ਦੀ ਗੱਲ ਕਰਨ ਦੀ ਲੋੜ ਹੈ, ਹੱਲ ਕਰਨ ਦੀ ਲੋੜ ਹੈ। ਹੁਣ ਦੇਖਣਾ ਇਹ ਹੈ, ਜਿਸ ਤਰੀਕੇ ਨਾਲ ਜੱਸ ਕਹਿੰਦੇ ਨੇ ਕਿ ਜਦੋਂ ਲੋਕ ਪੰਜਾਬ ਹਿਤੈਸ਼ੀ ਇਕੱਠੇ ਹੋਣਗੇ ਤਾਂ ਉਦੋਂ ਪੰਜਾਬ ਬਦਲੇਗਾ। ਉਹ ਲੋਕ ਹੋਣਗੇ ਕੌਣ? ਉਹ ਸੂਰਜ ਕਿਹੜਾ ਨਵਾਂ ਚੜ੍ਹੇਗਾ ਜਿਸ ਦੇ ਨਾਲ ਪੰਜਾਬ ਦੇ ਸਾਰੇ ਮੁੱਦੇ ਹੱਲ ਹੋਣਗੇ। ਮੈਂ ਸੁਰਖਾਵਾ ਆਪਣੇ ਸਹਿਯੋਗੀ ਦਲਵੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ ਸ਼ੰਭੂ।